आद गुरे नमः जुगाद गुरे नमः सतगुरे नमः श्री गुरुदेव नमः। नमस्कार 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 पातशाह। जाहर पीर जगत गुर बाबा गुरु नानक साहिब दियां संगतां दे चरनां दी धूड़ दास तुहाडा अपना मां देसा नंदन जसवीर सिंह मुख सेवादार गुरुद्वारा बुरज साहिब माई देसा पातशाही 10वीं पिंड ਚੱਕ ਫਤਿਹ ਸਿੰਘ ਵਾਲਾ ਨੇੜੇ ਭੁੱਚੋ ਮੰਡੀ ਜ਼ਿਲ੍ਹਾ ਬਠਿੰਡਾ ਦੇਸ਼ ਪੰਜਾਬ। ਭਾਗਾਂ ਵਾਲਿਓ, ਇਹ ਉਹ ਪਾਵਨ ਪਵਿੱਤਰ ਸਥਾਨ ਹੈ ਜਿੱਥੇ ਕਲਗੀਆਂ ਵਾਲੀ ਸਰਕਾਰ ਸਾਹੇ ਸੈਣ ਸਾਹਿਬ ਪਾਤਸ਼ਾਹ ਮਾਤਾ ਸਾਹਿਬ ਕੌਰ ਸੁੰਦਰ ਕੌਰ ਸਮੇਤ 1706 ਈਸਵੀ ਦੇ ਵਿੱਚ 9 ਦਿਨ ਠਹਿਰੇ। ਪਾਤਸ਼ਾਹ ਆਏ ਸਨ ਮਾਈ ਦੇਸਾਂ ਦੀ ਪ੍ਰੇਮਾ ਭਗਤੀ ਸਦਕਾ। ਇਹਨਾਂ 9 ਦਿਨਾਂ ਦੌਰਾਨ ਜੋ ਗੁਰਬਾਣੀ ਦੇ ਵਿੱਚੋਂ ਰਹੱਸ ਬਾਣੀ ਦੇ ਹੀਰੇ ਮੋਤੀ ਬੀਜ ਮੰਤਰ ਸੂਤਰ ਮਾਂ ਦੇਸਾਂ ਦੀ ਝੋਲੀ ਪਾ ਕੇ ਗਏ, ਇਹਨਾਂ 50 ਸਾਲਾਂ ਦੀ ਸੇਵਾ ਦੌਰਾਨ ਮਾਤਾ ਨੇ ਸਾਡੀ ਝੋਲੀ ਪਾਏ, ਸਾਨੂੰ ਸਿੱਖਿਆ ਦਿੱਤੀ, ਦੀਖਿਆ ਦਿੱਤੀ। ਸਾਧੂਆਂ ਕੋਲ ਸੰਤਾਂ ਕੋਲ ਵੱਖ-ਵੱਖ ਜਗ੍ਹਾ 'ਤੇ ਭੇਜਿਆ, ਬੜੀਆਂ ਹੀ ਰਹਿਮਤਾਂ ਕੀਤੀਆਂ, ਬੜੇ ਖੱਟੇ ਮਿੱਠੇ ਅਨੁਭਵ ਕਰਾਏ ਜ਼ਿੰਦਗੀ ਦੇ। ਪਰ ਜਦੋਂ ਗੁਰੂ ਨਾਨਕ ਦੇ ਦਰ ਤੋਂ ਉਹ ਬਖਸ਼ਿਸ਼ ਮਿਲੀ, ਪਾਤਸ਼ਾਹ ਨੇ ਸਿਰ 'ਤੇ ਹੱਥ ਰੱਖਿਆ, ਉਹ ਇੱਕ ਮਿਕਤਾ ਦਾ ਅਹਿਸਾਸ ਬਖਸ਼ਿਸ਼ ਕੀਤਾ। ਤਾਂ ਉਸ ਤੋਂ ਬਾਅਦ ਡਿਊਟੀਆਂ ਲੱਗਣੀਆਂ ਸ਼ੁਰੂ ਹੋਈਆਂ ਕਿ ਹੁਣ ਤੁਸੀਂ ਅਧਿਕਾਰੀ ਹੋ ਕੁਛ ਵੀ ਬੋਲਣ ਦੇ, ਪ੍ਰਚਾਰ ਕਰਨ ਦੇ। ਤਾਂ ਉਸ ਰਹਿਮਤ ਸਦਕਾ ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਦੇ ਦਰ ਤੋਂ ਆਉਣ ਵਾਲੇ ਹੁਕਮਨਾਮਾ ਸਾਹਿਬ ਦੀ ਸਾਂਝ ਆਪਾਂ ਰੋਜ਼ਾਨਾ ਪਾਉਣੀ ਆ। ਆਓ ਅੱਜ ਦਾ ਜੋ ਹੁਕਮਨਾਮਾ ਸਾਹਿਬ ਹੈ, ਸੋਰਠ ਮਹੱਲਾ 5ਵਾਂ। ਗਈ ਵਿਹੋੜ ਬੰਦੀ ਛੋੜ ਨਿਰੰਕਾਰ ਦੁਖਦਾਰੀ, ਕਰਮ ਨਾ ਜਾਣਾ ਧਰਮ ਨਾ ਜਾਣਾ ਲੋਭੀ ਮਾਇਆ ਧਾਰੀ, ਨਾਮ ਭਰਿਓ ਭਗਤ ਗੋਬਿੰਦ ਕਾ ਇਹ ਰਾਖੋ ਪੈਜ ਤੁਮਾਰੀ। ਸਤਿਗੁਰੂ ਬੇਨਤੀ ਕਰਦੇ ਆ ਉਸ ਪਰਮ ਸੱਤਾ ਪਾਰ ਬ੍ਰਹਮ ਪਰਮ ਪਿਤਾ ਪਰਮੇਸ਼ਵਰ ਅਕਾਲ ਪੁਰਖ ਵਾਹਿਗੁਰੂ ਅੱਗੇ ਕਿ ਪਾਤਸ਼ਾਹ ਕੋਈ ਕਰਮ ਨਹੀਂ ਚੰਗਾ, ਨਾ ਕਰਮ ਨਾ ਜਾਣਾ ਧਰਮ ਨਾ ਜਾਣਾ। ਇੱਕ ਲੋਭ ਆ ਜ਼ਿੰਦਗੀ ਦੇ ਵਿੱਚ ਮਾਇਆ ਦਾ, ਜੋ ਮਾਇਆ ਤੇਰਗੂ ਹੀ ਵਸਾਈ ਹੋਈ ਹੈ, ਸਾਰਾ ਕੁਛ ਇਹਦੇ ਵਿੱਚ ਮਨ ਗਰਸਿਆ ਰਹਿੰਦਾ। ਉਹ ਦੁਖਦਾਰੀ ਜ਼ਿੰਦਗੀ ਹੋਈ ਪਈ ਆ। ਹੇ ਪਾਤਸ਼ਾਹ ਕਿਰਪਾ ਕਰੋ, ਤੁਸੀਂ ਪੈਜ ਰੱਖੋ। ਕਾਹਦਾ ਕਰਕੇ ਬਈ? ਮਹਾਰਾਜ ਕਹਿੰਦੇ ਨਾਮ ਭਰਿਓ ਭਗਤ ਗੋਬਿੰਦ ਕਾ ਇਹ ਰਾਖੋ ਪੈਜ ਤੁਮਾਰੀ। ਕਿਉਂਕਿ ਇਹ ਤਾਂ ਮੈਂ ਆਪਣੇ ਵੱਲੋਂ ਕਹਿ ਰਿਹਾ ਕਿ ਮੈਂ ਐਸਾ, ਪਰ ਲੋਕਾਂ ਦੇ ਵਿੱਚ ਪ੍ਰਚਾਰਿਤ ਹੋ ਗਿਆ ਮੈਂ ਕਿ ਮੈਂ ਭਗਤ ਹਾਂ, ਗੋਬਿੰਦ ਦਾ ਭਗਤ ਹਾਂ। ਅਤੇ ਹੁਣ ਤੁਹਾਡੇ ਨਾਮ ਦੀ ਲੱਜਾ ਤੁਹਾਨੂੰ ਆ। ਮਹਾਰਾਜ ਸਭ ਕੁਛ ਦੂਰ ਹੋ ਗਿਆ, ਆਤਮਿਕ ਜੀਵਨ ਗਈ ਵਿਹੋੜ ਬੰਦੀ ਛੋੜ ਸਭ ਕੁਛ ਛੱਡ ਗਿਆ। ਉਹ ਰਾਸ ਪੂੰਜੀ ਖਤਮ ਹੋ ਗਈ। ਬਕਾਰਾਂ ਦੀ ਕੈਦ 'ਚੋਂ ਛੁਡਾਉਣ ਵਾਲਾ ਬੰਦੀ ਛੋੜ ਤੂੰ ਹੈ। ਕਿਰਪਾ ਕਰੋ, ਰਹਿਮਤ ਕਰੋ, ਆਪਣੇ ਨਾਮ ਦੀ ਲਾਜ ਰੱਖੋ। ਮੈਂ ਤਾਂ ਜਿਹੋ ਜਿਹਾ ਹੈਗਾ ਕਰਮ ਨਾ ਜਾਣਾ ਧਰਮ ਨਾ ਜਾਣਾ ਲੋਭੀ ਮਾਇਆ ਧਾਰੀ। ਹੁਣ ਇਹ ਰਹਿਮਤ ਹੋ ਜੇ ਤੁਹਾਡੀ। ਨਾਮ ਭਰਿਓ ਭਗਤ ਗੋਬਿੰਦ ਕਾ ਇਹ ਰਾਖੋ ਪੈਜ ਤੁਮਾਰੀ। ਹੁਣ ਇਹ ਪੈਜ ਤੁਸੀਂ ਰੱਖਣੀ ਹੈ ਅਤੇ ਤੁਹਾਡਾ ਇਹ ਬਿਰਦ ਆ। ਅੱਗੇ ਪਾਤਸ਼ਾਹ ਕੀ ਕਹਿੰਦੇ ਆ? ਹਰ ਜੀਓ ਨਿਮਾਣਿਆ ਤੂੰ ਮਾਣ। ਮੈਂ ਸੁਣਿਆ ਦੁਨੀਆ ਦੇ ਵਿੱਚ ਸਾਰੀ ਦੁਨੀਆ ਇਹ ਗੀਤ ਗਾਉਂਦੀ ਹੈ ਕਿ ਤੂੰ ਨਿਮਾਣਿਆਂ ਦਾ ਮਾਣ ਹੈ।
ਜਿਹੜਾ ਨਿਮਾਣਾ ਹੋ ਕੇ ਹੱਥ ਜੋੜ ਕੇ ਤੇਰੇ ਦਰ ਤੇ ਆ ਢਹਿੰਦਾ ਹੈ, ਉਹਦੇ ਤੇ ਤੂੰ ਬਖਸ਼ਿਸ਼ ਕਰ ਦਿੰਦਾ ਹੈ। ਇਸ ਸੰਸਾਰ ਦੇ ਵਿੱਚ ਜਿਹਨੂੰ ਕੋਈ ਵੀ ਮਾਣ ਨਹੀਂ ਦਿੰਦਾ, ਕੋਈ ਵੀ, ਜਿਹਨੂੰ ਨਾ ਘਰੇ ਮਾਣ ਕਿ ਨਕੰਮਾ, ਨਾ ਬਾਹਰ ਮਾਣ, ਕਿਤੇ ਵੀ ਮਾਣ ਨਹੀਂ ਮਿਲਦਾ। ਪਰ ਜਦੋਂ ਤੇਰੇ ਦਰ ਤੇ ਆ ਜਾਂਦਾ ਹੈ, ਗੁਰੂ ਦਰ ਆ ਜਾਂਦਾ ਹੈ, ਗੁਰੂ ਨਾਨਕ ਦੇ ਘਰ ਆ ਜਾਂਦਾ ਹੈ, ਤਾਂ ਮਹਾਰਾਜ ਕਹਿੰਦੇ ਤੁਹਾਡਾ ਬਿਰਦ ਹੈ ਇਹ, ਹਰ ਜੀਓ ਨਿਮਾਣਿਆ ਤੂੰ ਮਾਣ ਰੱਖਦਾ ਹੈ। ਨਚੀਜਿਆਂ ਚੀਜ਼ ਕਰੇ ਮੇਰਾ ਗੋਬਿੰਦ, ਤੇਰੀ ਕੁਦਰਤ ਕਉ ਕਰਵਾਣ। ਜਿਹੜੇ ਨਾ ਚੀਜ਼ ਹੁੰਦੇ ਆ, ਜਿਨ੍ਹਾਂ ਦੀ ਕੋਈ ਔਕਾਤ ਨਹੀਂ ਹੁੰਦੀ, ਤੇ ਹਰ ਕੋਈ ਕਹਿੰਦਾ ਤੇਰੀ ਕੀ ਔਕਾਤ ਹੈ, ਤੇਰੇ ਕੋਲ ਕੀ ਆ। ਕਿਉਂਕਿ ਦਾਤਾ ਤੇਰੀ ਬਣਾਈ ਇਹ ਦ੍ਰਿਸ਼ਟੀ ਸ੍ਰਿਸ਼ਟੀ ਦੇ ਵਿੱਚ ਇੱਧਰਲੀ ਮਾਇਆ ਨਾਲ ਹੀ ਤੋਲਿਆ ਜਾਂਦਾ ਸਾਰਾ ਕੁਝ, ਪਰ ਇਹ ਤੇਰੀ ਬੜੀ ਰਹਿਮਤ ਆ। ਨਤੀਜਿਆਂ ਚੀਜ਼ ਕਰੇ ਮੇਰਾ ਗੋਬਿੰਦ। ਇੱਥੇ ਸਭ ਤੋਂ ਜਿਹੜੀ ਸਮਝਣ ਵਾਲੀ ਗੱਲ ਹੈ, ਇਹ ਗੱਲ ਉਦੋਂ ਕਹੀ ਜਾ ਸਕਦੀ ਹੈ ਜਦੋਂ ਮੇਰਾ ਮੰਨ ਲਿਆ, ਮੇਰਾ ਗੋਬਿੰਦ। ਨਤੀਜਿਆਂ ਚੀਜ਼ ਕਰੇ ਮੇਰਾ ਗੋਬਿੰਦ, ਤੇਰੀ ਕੁਦਰਤ ਕਉ ਕਰਵਾਣ। ਤੇਰੀ ਕੁਦਰਤ ਤੋਂ ਕੁਰਬਾਨ ਜਾਵਾਂ, ਤੇਰੇ ਆਪਣੇ ਹੀ ਰਹੱਸ ਹੈ। ਤੇ ਜਦੋਂ ਤੂੰ ਤਾਕਤਾਂ ਬਖਸ਼ਦਾ ਹੈ, ਤੂੰ ਸਿਰ ਤੇ ਹੱਥ ਰੱਖ ਦਿੰਦਾ ਹੈ, ਰਾਜਾ ਮਹਾਰਾਜਿਆਂ ਨੂੰ ਚਰਨਾਂ 'ਚ ਲੇਟਣ ਲਾ ਦਿੰਦਾ ਹੈ, ਦਰਬਾਰ ਸਜਣ ਲਾ ਦਿੰਦਾ ਹੈ। ਤੇਰੇ ਹੱਥ ਬੜੀਆਂ ਪਾਵਰਾਂ ਮਾਲਕਾ। ਜੈਸਾ ਬਾਲਕ ਭਾਏ ਸਿਪਾਹੀ, ਲੱਖ ਅਪਰਾਧ ਕਮਾਵੇ। ਸਤਿਗੁਰੂ ਕਹਿੰਦੇ ਜਿਵੇਂ ਬਾਲਕ ਆ ਨਾ, ਆਪਾਂ ਸਾਰੇ ਹੀ ਆਪ ਵੀ ਉਹਨਾਂ ਉਮਰਾਂ 'ਚੋਂ ਲੰਘੇ ਆ, ਤੇ ਅੱਜ ਆਪਣੇ ਬਾਲਕ ਲੰਘ ਰਹੇ ਆ, ਪੁੱਤ ਪੋਤੇ ਲੰਘ ਰਹੇ ਆ, ਦੋਤੇ ਲੰਘ ਰਹੇ ਆ, ਤੇ ਆਪਾਂ ਦੇਣੇ ਆ ਇਹ ਵਰਤਾਰਾ ਵਰਤਦਾ। ਕਿਉਂਕਿ ਸਤਿਗੁਰਾਂ ਨੇ ਨਾ ਜਿੰਨਾ ਕੁਛ ਵੀ ਸਾਨੂੰ ਦੱਸਣਾ, ਸਾਡੀ ਜ਼ਿੰਦਗੀ ਨਾਲ ਸੰਬੰਧਿਤ ਹੀ ਦੱਸਣਾ। ਤੇ ਸਤਿਗੁਰੂ ਉਦਾਹਰਨ ਕਿਹੋ ਜਿਹੀ ਲੈਂਦੇ ਆ, ਕਹਿੰਦੇ ਜੈਸਾ ਬਾਲਕ ਭਾਏ ਸਿਪਾਹੀ, ਲੱਖ ਅਪਰਾਧ ਕਮਾਵੇ। ਕਹਿੰਦੇ ਛੋਟਾ ਬਾਲਕ ਹੁੰਦਾ ਨਾ, ਕਹਿੰਦੇ ਜਿੰਨੀਆਂ ਮਰਜ਼ੀ ਗਲਤੀਆਂ ਕਰੀ ਜਾਵੇ, ਕਈ ਵਾਰੀ ਬੇਸਕੀਮਤੀ ਚੀਜ਼ਾਂ ਵੀ ਤੋੜ ਦਿੰਦਾ ਉਹ, ਅਪਰਾਧ ਦੀ ਗਿਣਤੀ ਚਾਉਣ ਵਾਲੀਆਂ ਚੀਜ਼ਾਂ ਵੀ ਕਰ ਦਿੰਦਾ। ਪਰ ਕਹਿੰਦੇ ਵਾਪਰਦਾ ਕੀ ਆ, ਕਰ ਉਪਦੇਸ਼ ਝਿੜਕੇ ਬਹੁ ਭਾਤੀ, ਬਹੁੜ ਪਿਤਾ ਗਲ ਲਾਵੇ। ਪਰ ਜਿਹੜਾ ਪਿਤਾ ਨਾ, ਬਹੁਤ ਵੱਡਾ ਹਿਰਦਾ, ਉਹ ਕਲੰਗੀਆਂ ਵਾਲੇ ਬਾਪੂ ਦਾ ਵੀ ਬਹੁਤ ਵੱਡਾ ਹਿਰਦਾ। ਐਵੇਂ ਨਾ ਡਰਿਆ ਕਰੋ, ਇਹ ਤਾਂ ਪ੍ਰਚਾਰ ਕੀ ਡਰਾਈ ਜਾਂਦੇ ਆ, ਉਹ ਤਾਂ ਬੜਾ ਪਿਆਰਾ। ਇੱਕ ਗੱਲ ਹੀ ਯਾਦ ਰੱਖ ਲਓ, ਜਿਹੜੇ ਮਾਰਨ ਆਏ ਸੀ ਨਾ, ਮਾਰਨ ਤੇ ਗਲ ਵੱਢ ਕੇ ਲਿਜਾਣਾ, ਲਲਕਰੇ ਮਾਰਦੇ ਆਉਂਦੇ ਸੀ, ਜ਼ਖਮੀ ਹੋਏ, ਪਿਆਸ ਲੱਗੀ ਪਾਣੀ ਪਿਆਇਆ, ਫੱਟ ਲੱਗੇ ਤਾਂ ਮੱਲਮ ਭੇਜੀ ਬਾਪੂ ਨੇ ਭਾਈ ਘਨਈਏ ਨੂੰ ਦੇ ਕੇ, ਕਿ ਚੱਲ ਕੋਈ ਨਾ, ਜਿਹੇ ਜਿਹੇ ਹੈਗੇ ਆ ਪੱਟੀਆਂ ਵੀ ਕਰ ਦਿਆ ਕਰ। ਉਹ ਬਾਪੂ ਆ ਆਪਦੇ ਪੁੱਤਰਾਂ ਨੂੰ ਕੁਛ ਨਹੀਂ ਕਹਿੰਦਾ, ਇੱਥੇ ਕਰ ਕਰ ਪ੍ਰਚਾਰ, ਜਵਾਕਾਂ ਨੂੰ ਡਰਾ ਡਰਾ ਪਤਾ ਨਹੀਂ ਕਿੱਧਰ ਤੋਰਤਾ, ਮਾਣੀ ਇਹੋ ਜਿਹੇ ਬਣਾਤੇ ਕਿ ਫਿਰ ਆਪਾਂ ਉਹੀ ਚੰਗੇ ਆ ਯਾਰ ਇੱਧਰ ਨਾਲੋਂ। ਤਾਂ ਜੇ ਐਡਾ ਕੁਛ ਹੈ, ਇੰਨੀ ਸਖਤਾਈ ਹੈ, ਤੇ ਬੱਚੇ ਆਉਣ ਤੋਂ ਹੀ ਡਰਨ ਲੱਗ ਗਏ। ਉਹ ਤਾਂ ਬੜਾ ਹੀ ਪਿਆਰਾ, ਬੜਾ ਦੁਲਾਰਾ। ਕਰ ਉਪਦੇਸ਼ ਝਿੜਕੇ ਬਹੁ ਭਾਤੀ, ਬਹੁੜ ਪਿਤਾ ਗਲ ਲਾਵੇ। ਉਪਦੇਸ਼ ਕਰਦਾ, ਗੱਲ ਸਮਝਾਉਂਦਾ ਕਿ ਆਹ ਬੇਟਾ ਜੀ ਦੁਬਾਰਾ ਨਹੀਂ ਕਰਨੀ, ਇਹ ਕਰਨ ਨਾਲ ਆਹ ਹੋ ਜਾਂਦਾ ਹੈ। ਉਪਦੇਸ਼ ਕਰਕੇ ਸਮਝਾਉਂਦਾ, ਝਿੜਕਾਂ ਵੀ ਦਿੰਦਾ, ਵੱਖ-ਵੱਖ ਤਰੀਕਿਆਂ ਨਾਲ ਝਿੜਕਦਾ। ਕਈ ਵਾਰ ਇਹ ਵੀ ਝਿੜਕ ਹੁੰਦੀ ਆ ਕਿ ਉਹ ਬੁਲਾਉਂਦਾ ਹੀ ਨਹੀਂ, ਨਿਗਾਹ ਨਹੀਂ ਲਾਉਂਦਾ। ਫਿਰ ਬੱਚਾ ਮਾਂ ਕੋਲੇ ਕਹਿੰਦਾ ਮੈਨੂੰ ਬੁਲਾਉਂਦੇ ਨਹੀਂ ਬਾਪੂ ਜੀ। ਉਹ ਵੀ ਇੱਕ ਤਰੀਕਾ, ਬਹੁਤ ਤਰੀਕੇ ਆ ਪਿਤਾ ਕੋਲੇ। ਕਰ ਉਪਦੇਸ਼ ਝਿੜਕੇ ਬਹੁ ਭਾਤੀ, ਪਰ ਐਂਡ ਕਈ ਕਿੱਥੇ ਨਿਬੜਦਾ, ਬਹੁੜ ਪਿਤਾ ਗਲ ਲਾਵੇ। ਐਂਡ ਉਹ ਗਲ ਨੂੰ ਲਾ ਲੈਂਦੇ ਆ। ਐਸੇ ਪਿਤਾ ਆਪਣੇ ਵੀ ਪਰਿਵਾਰਾਂ 'ਚ ਵੀ ਆਪਾਂ ਵੀ ਪਿਤਾ ਹੈ। ਆਪਾਂ ਆਪਦੇ ਦਿਲ ਨੂੰ ਪੁੱਛ ਕੇ ਦੇਖ ਲਓ, ਆਪਾਂ ਬੱਚੇ ਨੂੰ ਕਿੰਨਾ ਕੁ ਕੁਛ ਕਹਿ ਸਕਦੇ ਹਾਂ। ਕੀ ਕਹਿਣਾ, ਕੋਈ ਕਲਯੁਗੀ ਘਟਨਾ ਇੱਕ ਅੱਧੀ ਹੋਵੇ ਇਸ ਤਰ੍ਹਾਂ ਦੀ, ਨਹੀਂ ਤਾਂ ਸਾਰੇ ਪਿਤਾ ਹੀ ਚਾਹੁੰਦੇ ਹੁੰਦੇ ਮੇਰਾ ਬੱਚਾ ਸਹੀ ਲੀਹ ਤੇ ਚੜ੍ਹਦੀ ਕਲਾ 'ਚ ਰਹੇ।
ਪਿਛਲੇ ਔਗਣ ਬਖਸ਼ ਲਏ ਪ੍ਰਭ ਆਗਾ ਮਾਰਗ ਪਾਵੈ। ਫਿਰ ਪਿਛਲੇ ਜਿਹੜੇ ਕੀਤੇ ਹੋਏ ਔਗਣ ਹੈ ਉਹਨਾਂ ਦੀ ਬਖਸ਼ਿਸ਼ ਕਰ ਦਿੰਦਾ, ਬਖਸ਼ ਲੈਂਦਾ, ਅੱਗੇ ਵਾਸਤੇ ਰਸਤਾ ਦੱਸਦਾ ਕਿ ਜ਼ਿੰਦਗੀ ਜਿਉਣੀ ਕਿਵੇਂ ਆ, ਜ਼ਿੰਦਗੀ ਦਾ ਫੰਡਾ ਕੀ ਆ। ਇੱਕ ਤਾਂ ਵੱਡੀ ਚੀਜ਼ ਇਹੀ ਹੈ ਕਿ ਸਭ ਤੋਂ ਕੀਮਤੀ ਆ ਜੀਵਨ। ਜੀਵਨ ਕਿਸੇ ਦਾ ਵੀ ਹੋਵੇ, ਇਨਸਾਨ ਦਾ ਹੋਵੇ ਭਾਵੇਂ ਕਿਸੇ ਹੋਰ ਦਾ ਹੋਵੇ, ਜੀਵਨ ਨੂੰ ਅੱਗੇ ਵੱਲ ਨੂੰ ਵਧਾਉਣਾ, ਇਹਨੂੰ ਪੁੰਨ ਕਿਹਾ। ਸਹਾਇਤਾ ਕਰਨੀ, ਕਿਸੇ ਭੁੱਖੇ ਮਰਦੇ ਨੂੰ ਬਚਾ ਲੈਣਾ, ਪਾਣੀ ਦੇ ਕੇ ਬਚਾ ਲੈਣਾ, ਰਾਸ਼ਨ ਰੋਟੀ ਦੇ ਕੇ ਬਚਾ ਲੈਣਾ, ਭੋਜਨ ਦੇ ਕੇ ਬਚਾ ਲੈਣਾ। ਗੁਰੂ ਨਾਨਕ ਦੇ ਘਰ ਨੇ ਤੇ ਬਹੁਤ ਕੰਮ ਕੀਤਾ ਕਿ ਪ੍ਰਾਣ ਨਾ ਕਿਸੇ ਦੇ ਐਵੇਂ ਚਲੇ ਜਾਣ। ਪ੍ਰਾਣਾਂ ਤੇ ਬਹੁਤ ਕੰਮ ਕੀਤਾ ਕਿ ਅੱਗੇ ਬਹੁਤ ਕੁਝ ਮਿਲ ਜਾਣਾ ਆਪੇ। ਇੱਕ ਵਾਰੀ ਜਿਉਂਦਾ ਰੱਖੋ ਬੰਦੇ ਨੂੰ, ਸਹਾਇਤਾ ਕਰੋ, ਭੁੱਖਾ ਨਾ ਕੋਈ। ਜੇ ਤੁਹਾਡੇ ਆਸੇ ਪਾਸੇ ਕੋਈ ਆਂਢ ਗੁਆਂਢ 'ਚ ਭੁੱਖਾ ਸੌਂਦਾ, ਤੁਹਾਨੂੰ ਬਹੁਤ ਵੱਡਾ ਮਿਹਣਾ। ਤੁਹਾਡੇ ਭਰੇ ਪਏ ਡਰਮ ਕੁਦਰਤ ਮਿਹਣਾ ਮਾਰਦੀ ਆ ਕਿ ਕੰਧ ਸੰਨ ਕੋਈ ਭੁੱਖਾ ਸੌਂਦਾ। ਪੁੱਛ ਲਿਆ ਕਰੋ ਮਾੜਾ ਮੋਟਾ ਆਸੇ ਪਾਸੇ, ਕੋਈ ਫਰਕ ਨਹੀਂ ਪੈਂਦਾ। ਜਿੱਦੇ ਕਿਤੇ ਕੋਈ ਦੁੱਖ ਦਾ ਸੁੱਖ ਦਾ ਆਉਂਦਾ, ਆਂਢੀ ਗੁਆਂਢੀ ਕੋਈ ਕੰਮ ਆਉਂਦੇ ਆ, ਪੁੱਛ ਲਿਆ ਕਰੋ। ਮਹਾਰਾਜ ਕਹਿੰਦੇ ਪਿਛਲੇ ਔਗਣ ਬਖਸ਼ ਲਏ ਪ੍ਰਭ ਆਗੇ ਮਾਰਗ ਪਾਵੈ। ਹਰ ਅੰਤਰ ਜਾਮੀ ਸਭ ਵਿਦ ਜਾਣੈ, ਤਾਂ ਕਿਸ ਪਹਿ ਆਖ ਸੁਣਾਈਐ। ਇੱਕ ਗੱਲ ਚੇਤੇ ਰੱਖਗੇ, ਉਹ ਅੰਤਰਜਾਮੀ ਪਰਮ ਸੱਤਾ ਤੇ ਗੁਰੂ ਵੀ ਪਰਮ ਸੱਤਾ ਦਾ ਜਾਗਰਤ ਰੂਪ ਹੁੰਦਾ। ਸਾਖਸ਼ਾਤ ਜਿਹੜਾ ਆਪਣੇ ਸਾਹਮਣੇ ਖੜਦਾ, ਆਪਣੇ ਵਰਗਾ, ਦੇਖਣ ਨੂੰ ਆਪਣੇ ਵਰਗਾ, ਉਧਰਲੀਆਂ ਪਾਵਰਾਂ ਦੇ ਹਿਸਾਬ ਨਾਲ ਨਿਰੰਕਾਰ ਦਾ ਨੁਮਾਇੰਦਾ, ਜੋ ਚਾਹੇ ਕਰ ਸਕਦਾ। ਮਹਾਰਾਜ ਕਹਿੰਦੇ ਹਰ ਅੰਤਰਜਾਮੀ ਸਭ ਵਿਦ ਜਾਣਾ ਹੈ, ਸਾਰੀਆਂ ਵਿਧੀਆਂ ਜਾਣਦਾ ਹੈ, ਤਾਂ ਕਿਸ ਪੈ ਆਖ ਸੁਣਾਈਏ। ਫਿਰ ਕਿਹਨੂੰ ਸੁਣਾਈਏ ਗੱਲਾਂ, ਕਿਹਨੂੰ ਦੱਸੀਏ ਕਿ ਆਏ ਆ। ਪਰ ਇਹ ਇੱਕ ਨਿਯਮ ਆ, ਸਾਡੇ ਅੰਦਰ ਹੀ ਦਵੈਤ ਤੇ ਦੂਈ ਆ। ਸਾਡਾ ਵਿਚੇਤ ਨਹੀਂ ਸਾਥੋਂ ਲੋਟ ਨਹੀਂ ਆਉਂਦਾ। ਜਿਵੇਂ ਆਪਾਂ ਕਈ ਵਾਰੀ ਕੋਈ ਗੱਲਬਾਤ ਸੁਣਦੇ ਹਾਂ, ਕਹਾਣੀ ਬੜੀ ਵਧੀਆ ਆਪਾਂ ਨੂੰ ਲੱਗੀ, ਆਪਾਂ ਸਾਰੀ ਗੱਲ ਦਾ ਨਿਚੋੜ ਕੱਢਦੇ ਹਾਂ ਕਿ ਆ ਵੀ ਠੀਕ ਆ, ਵੀ ਠੀਕ ਹੈ, ਪਰ ਮਨ ਨਹੀਂ ਮੰਨਦਾ ਯਾਰ। ਇਹ ਗੱਲ ਕਹਿੰਦਾ ਕੌਣ ਆ, ਇਹ ਗੱਲ ਬੋਲਦਾ ਕੌਣ ਆ ਕਿ ਮਨ ਨਹੀਂ ਮੰਨਦਾ। ਇਹਦਾ ਮਤਲਬ ਤੂੰ ਤਾਂ ਕੋਈ ਅਥਾਰਟੀ ਹੈ। ਮਨ ਇੱਕ ਅਲੱਗ ਚੀਜ਼ ਹੈ ਜਿਹੜਾ ਮੰਨਦਾ ਨਹੀਂ। ਹਲੇ ਤੂੰ ਤਾਂ ਦੇਖ ਲਿਆ, ਤੈਨੂੰ ਤਾਂ ਲੱਗਦਾ ਵੀ ਠੀਕ ਹੈ। ਬਰੀਕੀ ਨਾਲ ਸੋਚ ਕੇ ਦੇਖਿਓ ਪੁਆਇੰਟ ਨੂੰ, ਜਾਣੀ ਤੈਨੂੰ ਤਾਂ ਦਿਸ ਗਿਆ, ਤੂੰ ਸੱਚ ਮੰਨ ਵੀ ਲਿਆ, ਪਰ ਬੋਲਦਾ ਤੂੰ ਆਏ ਹਾਲੇ ਵੀ ਮਨ ਨਹੀਂ ਮੰਨਦਾ ਯਾਰ। ਜਿਵੇਂ ਆਪਾਂ ਕਹੀਏ ਮੇਰਾ ਬਾਪੂ ਨਹੀਂ ਮੰਨਦਾ, ਤੇ ਵੀ ਕੋਈ ਹੋਰ ਆ ਉਹ, ਤੇ ਮਨ ਵੀ ਕੁਛ ਹੋਰ ਆ। ਜਿੱਦਿਆ ਤੁਹਾਨੂੰ ਸਾਖਸ਼ੀ ਹੋ ਕੇ ਦਿਸ ਗਈ ਨਾ ਸੱਤਾ ਅਲੱਗ-ਅਲੱਗ ਕੰਮ ਕਰਦੀ, ਆਪਣੇ ਅੰਦਰ ਹੀ ਕਈ ਵਾਰੀ ਇਹੋ ਜਿਹੀਆਂ ਸੱਤਾਂ ਬੈਠੀਆਂ ਜਿਨ੍ਹਾਂ ਨੂੰ ਵਾਰੀ-ਵਾਰੀ ਕਹਿਣਾ ਪੈਂਦਾ। ਜਾਪ ਵੀ ਵਾਰੀ-ਵਾਰੀ ਤਾਂ ਹੀ ਕਰਾਉਣਾ ਪੈਂਦਾ, ਉਹ ਇੱਕ ਵਾਰੀ 'ਚ ਮੰਨਦੇ ਹੀ ਨਹੀਂ, ਐਂ ਚੱਲਣਾ ਪੈਂਦਾ ਉਸੇ ਰਾਹ। ਤਾਂ ਮਹਾਰਾਜ ਕੀ ਕਹਿੰਦੇ, ਕਹਿਣਾ ਕਥਨ ਨਾ ਭੀਜੈ ਗੋਬਿੰਦ, ਹਰ ਭਾਵੈ ਪੈਜ ਰਖਾਈਐ। ਕਥਨ ਨਾਲ, ਜਵਾਨੀ ਕਹਿ ਦੇਣ ਨਾਲ ਉਹ ਭਿੱਜਦਾ ਨਹੀਂ ਹੈ, ਖੁਸ਼ ਨਹੀਂ ਹੁੰਦਾ। ਫਿਰ ਕਿਵੇਂ? ਭਾਵਨਾ ਨਾਲ। ਜਦੋਂ ਤੁਹਾਡਾ ਭਾਵ ਪਹੁੰਚਦਾ ਨਾ ਬੋਲਾਂ ਦੇ ਵਿੱਚ, ਜੇ ਅਸੀਂ ਹੌਲੀ ਹੌਲੀ ਸੋਚ ਕੇ ਦੇਖੀਏ ਨਾ, ਬਹੁਤ ਗੱਲਾਂ ਇਹੋ ਜਿਹੀਆਂ ਕਰਦੇ ਹਾਂ ਅਸੀਂ ਜਿਹੜੀਆਂ ਭਾਵ ਤੋਂ ਰਹਿਤ ਵੀ ਹੁੰਦੀਆਂ, ਤੇ ਇੱਕ ਹੁੰਦੀਆਂ ਭਾਵਨਾ ਨਾਲ ਭਰੀਆਂ ਹੋਈਆਂ। ਜੇ ਕੋਈ ਉਹਨਾਂ ਨੂੰ ਦੇਖਣ ਵਾਲੀ ਅੱਖ ਹੋਵੇ ਤਾਂ ਦਿਖ ਜਾਂਦਾ ਕਿ ਆਹ ਸ਼ਬਦ ਬਿਨਾਂ ਭਾਵ ਤੋਂ ਆ ਰਹੇ ਆ, ਆਹ ਸ਼ਬਦ ਭਾਵਨਾਵਾਂ ਨਾਲ ਭਰੇ ਆ ਰਹੇ ਆ। ਖਾਲੀ ਸਤਿ ਸ੍ਰੀ ਅਕਾਲ ਦਾ ਵੀ ਪਤਾ ਲੱਗਦਾ, ਜਿਹੜੀ ਭਰੀ ਆਉਂਦੀ ਹੈ ਹਿਰਦੇ 'ਚ ਪਿਆਰ ਦੀ, ਉਹਦਾ ਵੀ ਪਤਾ ਲੱਗਦਾ। ਫੋਕੀ ਸੀਸ ਦਾ ਵੀ ਪਤਾ ਲੱਗਦਾ, ਜਿਹੜੀ ਦੇਣੀ ਪੈਂਦੀ ਹੈ ਇੱਕ ਸਾਹਮਣੇ, ਤੇ ਉਸ ਅਸੀਸ ਦਾ ਵੀ ਪਤਾ ਲੱਗਦਾ ਜਿਹੜੀ ਅੰਦਰੋਂ ਉੱਠਦੀ ਆ, ਸਾਰੇ ਤਨ ਮਨ ਨੂੰ ਸਰਸਾਰ ਕਰ ਜਾਂਦੀ ਹੈ। ਅਸੀਂ ਅੰਦਰੋਂ ਜੁੜਨਾ, ਭਾਵਨਾਵਾਂ ਨਾਲ ਜੁੜਨਾ। ਅਵਰ ਓਟ ਮੈਂ ਸਗਲੀ ਦੇਖੀ, ਇੱਕ ਤੇਰੀ ਓਟ ਰਹਾਈਆ। ਓਟ ਕਹਿੰਦੇ ਨੇ ਆਸਰੇ ਨੂੰ। ਮਹਾਰਾਜ ਕਹਿੰਦੇ ਜੀਵ ਨੇ ਬਥੇਰੇ ਆਸਰੇ ਤੱਕ ਦੇਖ ਲਏ, ਬਹੁਤ ਭੱਜ ਦੇਖ ਲਿਆ, ਪਰ ਕੋਈ ਆਸਰਾ ਕੰਮ ਨਹੀਂ ਆਉਂਦਾ।
ਹਰ ਇੱਕ ਆਸਰਾ ਟਾਈਮ ਟਾਈਮ ਤੇ ਚਲਿਆ ਜਾਂਦਾ। ਜਿਵੇਂ ਸਭ ਤੋਂ ਵੱਡਾ ਆਸਰਾ ਹੀ ਸਾਨੂੰ ਮਾਂ ਪਿਓ ਦਾ ਹੁੰਦਾ, ਜਿਹਨੇ ਜਨਮ ਦਿੱਤਾ ਸਾਨੂੰ, ਜਿਹੜੇ ਸਾਨੂੰ ਸੱਚੀ ਮੁੱਚੀ ਪਿਆਰ ਕਰਦੇ ਹੁੰਦੇ ਆ। ਪਰ ਇੱਕ ਸਮਾਂ ਆਉਂਦਾ, ਕੁਦਰਤ ਦੇ ਕਾਨੂੰਨ ਅਨੁਸਾਰ ਉਹ ਛੱਡ ਕੇ ਚਲੇ ਜਾਂਦੇ ਆ। ਬਹੁਤ ਭਾਗਾਂ ਵਾਲੇ ਲੋਕ ਹੁੰਦੇ ਆ ਉਹ, ਜਿਨ੍ਹਾਂ ਦੇ ਮਾਂ ਪਿਓ ਜਿਉਂਦੇ ਹੋਣ ਘਰੇ, ਜਿਨ੍ਹਾਂ ਦੇ ਮਾਂ ਪਿਓ ਸਾਹਮਣੇ ਹੋਣ। ਪੂਰੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਤੇ ਹੋਰ ਜਿੰਨੇ ਗ੍ਰੰਥ ਪੜ੍ਹੇ ਆ, ਸਾਰੇ ਇਸ ਤੇ ਇੱਕ ਮਤ ਨੇ ਕਿ ਜਿਹੜੇ ਬੰਦੇ ਦਾ ਮਾਂ ਪਿਓ ਜਿਉਂਦਾ ਨਾ, ਸੁਬਾਹ ਉੱਠ ਕੇ ਉਹਨਾਂ ਦੇ ਪੈਰੀ ਹੱਥ ਲਾਵੇ, ਉਹਨਾਂ ਦੀ ਸੇਵਾ ਕਰੇ, ਉਹਨਾਂ ਦੀਆਂ ਭਾਵਨਾਵਾਂ ਪਛਾਣ ਲਏ ਕਿ ਇਹਨਾਂ ਨੂੰ ਕੀ ਕੀ ਚੀਜ਼ਾਂ ਦੀ ਲੋੜ ਹੈ। ਉਹਦਾ ਗੋਬਿੰਦ, ਉਹਦਾ ਭਗਵਾਨ, ਉਹਦਾ ਰੱਬ, ਉਹਦਾ ਸੰਤ, ਉਹਦਾ ਸਾਧ, ਉਹਦਾ ਸਤਿਗੁਰੂ ਸਮਝ ਲਓ ਘਰੇ ਹੀ ਆ। ਐਸੀ ਵੱਡੀ ਪਾਵਰ ਆ ਇਹ ਦੋਨੇ, ਚੰਦ ਤੇ ਸੂਰਜ ਆ। ਜੇ ਦੋਨੇ ਇਹ ਸਮ ਕਰ ਲਏ ਨਾ, ਰੱਬ ਘਰੇ ਉਤਰਿਆ ਹੋਣਾ। ਜ਼ਰੂਰ ਸਾਂਭੋ ਇਹ ਮੌਕਾ ਜਿਹਦੇ ਕੋਲੇ ਹੈਗਾ, ਪੈਰੀ ਹੱਥ ਲਾਓ ਲਾਜ਼ਮੀ। ਕਈ ਵਾਰੀ ਹੁੰਦਾ ਗੁੱਸਾ ਗਿਲਾ, ਨਹੀਂ ਬੋਲਦੇ ਹੁੰਦੇ, ਫਿਰ ਵੀ ਲਾਓ। ਰੱਬ ਦੀ ਇਹ ਬਹੁਤ ਵੱਡੀ ਦਾਤ ਨਿਆਮਤ ਆ। ਅਸੀਸਾਂ ਲੈ ਲਓ ਤਾਂ ਸੋਨੇ ਤੇ ਸੁਹਾਗਾ। ਬਸ ਇਹਨਾਂ ਦਾ ਧਿਆਨ ਰੱਖ ਲਓ, 68 ਤੀਰਥਾਂ ਦਾ ਫਲ ਘਰ ਹੀ ਆ, ਪਾਠਾਂ ਦਾ ਫਲ ਘਰ ਹੀ ਆ। ਇਦੋਂ ਵੱਡੀ ਕੋਈ ਚੀਜ਼ ਨਹੀਂ ਹੈ। ਸਾਰੇ ਰਸਤੇ ਖੋਲ ਦਿੰਦੀ ਹੈ ਇਹਨਾਂ ਦੀ ਸੇਵਾ। ਵੈਸੇ ਤਾਂ ਸੇਵਾ ਸਭ ਦੀ ਕੋਈ ਕਰਨੀ ਚਾਹੀਦੀ ਹੈ, ਪਰ ਇਹ ਇੱਕ ਅਥਾਰਟੀ ਹੈ ਬਹੁਤ ਵੱਡੀ ਪਰਮਾਤਮਾ ਦੀ। ਕਿਉਂਕਿ ਜਦੋਂ ਤੁਸੀਂ ਸੰਸਾਰ 'ਚ ਨਹੀਂ ਆਏ ਸੀ, ਉਦੋਂ ਜਿਹੜੀ ਅਥਾਰਟੀ ਨੇ ਤੁਹਾਡੇ ਨਾਲ ਵਿਚਾਰ ਵਟਾਂਦਰਾ ਕੀਤਾ, ਤੁਸੀਂ ਚੋਣ ਕੀਤੀ ਹੈ ਘਰ ਦੀ, ਉੱਥੋਂ ਤੁਹਾਨੂੰ ਪਿਛਲੇ ਵੀ ਲਿੰਕਾਂ ਦਾ ਪਤਾ ਸੀ, ਇਹਨਾਂ ਨਾਲ ਪਿਛਲੇ ਜਨਮਾਂ ਦੇ ਲਿੰਕਾਂ ਦਾ ਵੀ ਪਤਾ ਸੀ ਕਿ ਫਲਾਣੇ ਆ ਤੇ ਮੇਰਾ ਜੀ ਇਹਨਾਂ ਕੋਲ ਜਾਣ ਨੂੰ ਕਰਦਾ। ਪੂਰੀਆਂ ਵਧੀਆ ਸੈਟਿੰਗਾਂ ਹੁੰਦੀਆਂ ਉੱਥੇ, ਆਏ ਨਹੀਂ ਉਹੀ ਬਸ ਤੁਰੇ ਆਉਣੇ ਆ। ਆਏ ਤਾਂ ਫਿਰ ਕੋਈ ਲੱਲੀ ਛੱਲੀ ਚੰਗੇ ਘਰੇ ਜਾ ਵੜੇ, ਲੈ ਲੇਗਾ ਕੋਈ ਜਨਮ। ਜਿਹਦੇ ਘਰੇ ਭੰਗ ਭੁੱਜਦੀ ਆ 8-8 9-9 ਹੋ ਜਾਂਦੇ ਆ, ਤੇ ਜਿਨ੍ਹਾਂ ਦੇ ਲੈਣਾ ਲੱਗੀਆਂ ਵੀ ਡਬਲ ਦੀਆਂ ਇੱਕ ਜਵਾਕ ਹੋ ਕੇ ਦਿਖਾਵੇ, ਕਿੰਨਾ ਮਰਜ਼ੀ ਇਲਾਜ ਕਰਾ ਲੈਣ, ਉਹਨਾਂ ਕੋਲ ਤਾਂ ਡਾਕਟਰਾਂ ਦੀ ਘਾਟ ਨਹੀਂ, ਵਿਗਿਆਨ ਦੀ ਘਾਟ ਨਹੀਂ। ਉਸ ਘਰੇ ਕੋਈ ਰੂਹ ਆ ਕੇ ਦਿਖਾਵੇ। ਕਿਉਂਕਿ ਜਿੰਨੀ ਵੱਡੀ ਲਗਜ਼ਰੀ ਉਹ ਖੜੀ ਕਰੀ ਬੈਠੇ ਆ ਸਾਮਰਾਜ, ਓਡੇ ਸਾਮਰਾਜ ਦਾ ਮਾਲਕ ਕੋਈ ਨਹੀਂ ਹੁੰਦਾ। ਦੂਜੇ ਨੰਬਰ ਤੇ ਧੀਆਂ ਆ ਜਾਂਦੀਆਂ ਕਈ ਵਾਰ, ਕਿਉਂਕਿ ਕੁੜੀਆਂ ਪਾਠ ਕਰਦੀਆਂ, ਸਿਮਰਨ ਕਰਦੀਆਂ, ਕਿਸੇ ਧਰਮ ਦੀਆਂ ਹੋਣ। ਕੁੜੀ ਜਿੰਨਾ ਕੁ ਮੰਨਦੀ ਆ, ਦਿਲੋਂ ਮੰਨਦੀ ਆ। ਇਹ ਕਾਰਨ ਆ ਬਹੁਤ ਵੱਡੇ, ਕੋਈ ਖੇਡਾਂ ਨਹੀਂ ਹੈਗੀਆਂ ਜਿਹੜਾ ਸਾਨੂੰ ਲੱਗਦਾ ਵੀ ਉਹੀ ਹੋਣੀ ਚੱਲੀ ਜਾਂਦਾ। ਉਹੀ ਕੁਛ ਨਹੀਂ ਹੈ ਇੱਥੇ। 1 ਇੰਚ ਥਾਂ ਜ਼ਮੀਨ ਦਾ ਉਹੀ ਨਹੀਂ ਕਿਤੇ ਵੀ ਹੈਗਾ। ਜਦੋਂ ਦੇਖਣ ਤੁਰੋਗੇ ਨਾ, ਉਦੋਂ ਦਿੰਦਾ। ਇਹ ਤਾਂ ਦੇਖਣਾ ਪੈਣਾ। ਸੇਵਾ ਕਰੋ। ਅਵਰ ਓਟ ਮੈਂ ਸਗਲੀ ਦੇਖੀ, ਇੱਕ ਤੇਰੀ ਓਟ ਰਹਾਈ ਆ, ਇੱਕ ਤੇਰੀ ਓਟ ਰਹਿੰਦੀ ਆ। ਇਹ ਓਟ ਤਾਂ ਫਿਰ ਸਾਰਿਆਂ ਤੋਂ ਵੱਡੀ ਆ। ਇੱਕ ਤੇਰੀ ਓਟ ਹੀ ਰੱਖੀ ਹੋਈ ਆ। ਹੇ ਪ੍ਰਭੂ, ਮੈਂ ਸਾਰੇ ਆਸਰੇ ਵੇਖ ਲਏ, ਤੇਰਾ ਹੀ ਆਸਰਾ ਰੱਖਿਆ ਹੋਇਆ। ਹੁਣ ਕਿਸੇ ਤੇ ਕੋਈ ਓਟ ਨਹੀਂ ਮੇਰੀ, ਤੇਰੀ ਓਟ ਚੱਲਦੀ ਹੈ ਦਿਲ 'ਚ ਸਾਰਾ ਦਿਨ। ਤੂੰ ਹੀ ਤੂੰ, ਤੂੰ ਹੀ ਤੂੰ, ਤੂੰ ਹੀ ਤੂੰ। ਇੱਕ ਓਂਕਾਰ ਸਤਨਾਮ ਸਤ ਕਰਤਾਰ, ਬੋਲ ਮਰਦਾਨਿਆ ਸਤ ਕਰਤਾਰ, ਭਾਈ ਸਤ ਕਰਤਾਰ। ਹੋਏ ਦਇਆਲ ਕਿਰਪਾਲ ਪ੍ਰਭ ਠਾਕੁਰ, ਆਪੇ ਸੁਣੈ ਬੇਨੰਤੀ। ਜਦੋਂ ਉਹ ਪਰਮ ਸੱਤਾ ਮਾਲਕ ਪ੍ਰਭੂ, ਉਹਦੇ ਸਾਰੇ ਰੂਪ ਹੀ ਆ, ਪਰਮ ਸੱਤਾ ਦੇ ਸਾਰੇ ਰੂਪ ਹੀ ਆ। ਜਿਹੜੇ ਰੂਪ 'ਚ ਚਿੱਤ ਵਧਿਓ, ਉਸੇ ਰੂਪ 'ਚ ਆ ਖੜਦਾ। ਹੋਏ ਦਿਆਲ, ਜਦੋਂ ਦਿਆਲ ਹੁੰਦਾ ਨਾ, ਕਿਰਪਾਲ ਕਿਰਪਾ ਕਰਦਾ, ਪ੍ਰਭ ਠਾਕੁਰ, ਉਹ ਠਾਕੁਰ ਕਰਤਾ ਪੁਰਖ, ਆਪੇ ਸੁਣਾਏ ਬੇਨੰਤੀ, ਫਿਰ ਆਪਣੀਆਂ ਬੇਨਤੀਆਂ ਸੁਣ ਲੈਂਦਾ, ਆਪਣੀਆਂ ਬੇਨਤੀਆਂ ਸੁਣਦਾ। ਪੂਰਾ ਸਤਿਗੁਰ ਮੇਲ ਮਿਲਾਵੈ, ਸਭ ਚੁੱਕੈ ਮਨ ਕੀ ਚਿੰਤੀ।
ਪਰ ਉਹ ਕਿਰਪਾਲ ਦਿਆਲ ਤੱਕ ਪਹੁੰਚਣ ਲਈ ਪੂਰੇ ਗੁਰੂ ਦੀ ਜ਼ਰੂਰਤ ਆ। ਜਿਹਨੇ ਆਪ ਜਾਣ ਲਿਆ ਉਹ ਸਾਧੂ ਦੀ ਜ਼ਰੂਰਤ ਆ, ਜਿਹੜਾ ਜਨਾ ਸਕੇ ਉਹ ਸੰਤ ਦੀ ਜ਼ਰੂਰਤ ਆ। ਕੀ ਜਨਾ ਸਕੇ? ਸਤਪੁਰਖ ਜਿਨ ਜਾਣਿਆ ਸਤਿਗੁਰ ਤਿਸ ਕਾ ਨਾਉ। ਗੁਰਬਾਣੀ ਕਹਿੰਦੀ ਉਹ ਸਤਿਗੁਰੂ ਆ ਜਿਹਨੇ ਸਤਪੁਰਖ ਨੂੰ ਜਾਣ ਲਿਆ, ਤੇ ਜਿਹਨੇ ਜਾਣ ਲਿਆ ਉਹ ਤੁਹਾਨੂੰ ਜਣਾ ਸਕਦਾ। ਜਗਿਆ ਦੀਵਾ ਬੁਝੇ ਦੀਵਿਆਂ ਨੂੰ ਜਗਾ ਸਕਦਾ। ਇਹੀ ਗੁਰੂ ਨਾਨਕ ਦੇ ਘਰ ਦੀ ਖੇਡ ਆ, ਇਹੀ ਵਰਤਾਰਾ ਵਰਤਦਾ। ਪੂਰਾ ਸਤਿਗੁਰ ਮੇਲ ਮਿਲਾਵੈ, ਸਭ ਚੁੱਕੈ ਮਨ ਕੀ ਚਿੰਤੀ। ਮਨ ਦੀਆਂ ਚਿੰਤਾ ਚੁੰਤਾਂ ਤਾਂ ਕਿਧਰੇ ਉੱਡ ਜਾਂਦੀਆਂ, ਅੰਦਰੋਂ ਤਰੰਗ ਚੱਲਣ ਲੱਗ ਜਾਂਦੀ ਆ। ਪੂਰੇ ਦਾ ਮਤਲਬ ਹੈ ਜਿਹੜਾ ਆਪ ਨਹੀਂ ਸੰਨ ਚਾਹੁੰਦਾ, ਤੁਹਾਡੀਆਂ ਤਾਰਾਂ ਪਰਮ ਸੱਤਾ ਨਾਲ ਜੋੜਦਾ, ਕਰਤੇ ਪੁਰਖ ਨਾਲ ਜੋੜਦਾ। ਜੋ ਪਾਤਸ਼ਾਹ ਨੇ ਕਿਹਾ ਕਿ ਖਾਲਸਾ ਅਕਾਲ ਪੁਰਖ ਕੀ ਫੌਜ, ਕਰਤੇ ਦੀ ਫੌਜ ਆ ਉਹ। ਤੁਸੀਂ ਕਰਤੇ ਦੇ ਪੁੱਤਰ ਹੋ ਸਾਰੇ, ਆਪਾਂ ਕਰਤੇ ਦੇ ਪੁੱਤਰ ਆ। ਪੂਰਾ ਸਤਿਗੁਰ ਸਾਨੂੰ ਸਾਡੇ ਅੰਦਰ ਹੀ ਦਿਖਾ ਦਿੰਦਾ ਉਹ ਸਭ ਕੁਝ। ਆ ਜਿਹੜਾ ਪਵਨ ਗੁਰੂ ਆ ਨਾ, ਇਹਦੇ ਨਾਲ ਲਿਹਾਜ਼ ਪਾ ਲਓ। ਜਦੋਂ ਹੀ ਟਾਈਮ ਮਿਲਦਾ ਨੂੰ ਵੇਖੋ ਕਰਦਾ ਕੀ ਫਿਰਦਾ। ਵੀ ਕ੍ਰੋਧ ਚ ਹੋਵੋਗੇ ਹੋਰ ਤੋਰ ਹੋਣੀ ਹੈ ਇਹਦੀ। ਤੇ ਜੇ ਤਜਰਬਾ ਹੀ ਕਰਨਾ, ਜਦੋਂ ਪਰਮ ਸਾਤ ਹੁੰਦੇ ਹੋ, ਕਿਸੇ ਖੁਸ਼ੀ ਦੇ ਮੂਡ ਚ ਹੁੰਦੇ ਹੋ, ਉਦੋਂ ਜਿਵੇਂ ਇਹ ਤੁਰਦਾ ਹੈ, ਉਹ ਤੋਰ ਨੂੰ ਪੱਕਾ ਹੀ ਪਕੜ ਲਿਓ ਕਿ ਆਈ ਤੁਰਨਾ। ਕਿੱਡੀ ਸਿਚੁਏਸ਼ਨ ਮਾੜੀ ਆ ਜੇ ਤੁਸੀਂ ਉਵੇਂ ਸਾਹ ਲੈਣਾ ਸ਼ੁਰੂ ਕਰ ਦਿਓ, ਸਿਚੁਏਸ਼ਨ ਕਿਧਰੇ ਪਾਸੇ ਰਹਿ ਜੂਗੀ, ਤੁਸੀਂ ਸ਼ਾਂਤ ਰਹੋਗੇ। ਕਿਰਪਾ ਬਹੁਤ। ਸਤਿਗੁਰੂ ਕਹਿੰਦੇ ਸਾਰੀਆਂ ਚਿੰਤਾ ਖਤਮ, ਪੂਰੇ ਗੁਰੂ ਨੇ ਮੇਲ ਮਿਲਾਤਾ। ਹਰ ਹਰ ਨਾਮ ਅਵਖੁਦ ਮੁਖ ਪਾਇਆ, ਜਨ ਨਾਨਕ ਸੁਖ ਵਸੰਤੀ। ਕਹਿੰਦੇ ਜਿਹੜੀ ਹਰੀ ਦੇ ਨਾਮ ਦੀ ਦਵਾਈ ਆ ਨਾ, ਅਵਖਦ ਦਵਾਈ ਹੁੰਦੀ ਹੈ ਇਹ। ਹਰ ਹਰ ਇਹ ਚੇਤੇ ਰੱਖਣਾ, ਜਿਹੜੇ ਬੀਜ ਮੰਤਰ ਗੁਰਬਾਣੀ 'ਚ ਦਿੱਤੇ ਆ ਸਭ ਲਈ ਆ, ਪੂਰੀ ਦੁਨੀਆ ਦੇ ਲੋਕਾਂ ਲਈ। ਜਿਹੜਾ ਮਰਜ਼ੀ ਜਪੋ ਹਰ ਹਰ, ਪਰ ਜਿਹੜੇ ਉਹ ਗੁਰਮੰਤਰ ਆ ਉਹਦੀ ਮਰਜ਼ਾਦਾ ਅਲੱਗ ਆ ਸਿੱਖ ਪੰਥ 'ਚ। ਹਰ ਹਰ ਨਾਮ ਅਵਖਦ ਮੁਖ ਪਾਇਆ, ਜਨ ਨਾਨਕ ਸੁਖ ਵਸੰਤੀ। ਪੂਰੇ ਗੁਰੂ ਨੇ ਐਸੀ ਦਵਾਈ ਮੂੰਹ 'ਚ ਪਾਈ, ਸੁੱਖਾਂ ਦੇ ਭੰਡਾਰ ਖੁੱਲ੍ਹ ਗਏ। ਬਸੰਤ ਰੁੱਤ ਆ ਗਈ ਸੁੱਖਾਂ ਦੀ, ਚੜ੍ਹਦੀ ਕਲਾ ਹੋ ਗਈ ਸਾਰੇ ਪਾਸੇ। ਬੜੀ ਰਹਿਮਤ ਸਤਿਗੁਰੂ ਕਰਦੇ ਆ। ਅਸੀਂ ਜੋ ਸਾਨੂੰ ਚੰਗਾ ਲੱਗਦਾ, ਪਤਾ ਕਿਵੇਂ ਪਤਾ ਲੱਗਦਾ? ਇਹ ਬਾਣੀ ਚੱਲੀ ਜਾਂਦੀ ਆ, ਲਾਇਆ ਕਰੋ ਆਪਦੇ ਫੋਨਾਂ 'ਤੇ, ਘਰੇ ਲਾ ਕੇ ਰੱਖਿਆ ਕਰੋ, ਜਾਂ ਕੋਈ ਸੁਣੀ ਜਾਂਦੇ ਆਪਾਂ। ਸਾਨੂੰ ਕੋਈ ਪੰਗਤੀ ਕਲਿੱਕ ਕਰਦੀ ਹੁੰਦੀ ਹੈ ਬਹੁਤ ਸਾਰੀ, ਉਹ ਵਾਰੀ ਵਾਰੀ ਚੇਤੇ ਆਉਂਦੀ ਹੈ। ਉਹਦਾ ਸਾਡੀ ਰੂਹ ਨਾਲ, ਸਾਡੇ ਪਿਛਲੇ ਜਨਮਾਂ ਨਾਲ ਸੰਬੰਧ ਹੁੰਦਾ। ਅਸੀਂ ਉਹਦੇ ਨਾਲ ਸੰਬੰਧਿਤ ਕੋਈ ਨਾ ਕੋਈ ਸਾਧਨਾ ਕੀਤੀ ਹੁੰਦੀ ਹੈ। ਉਹਨੂੰ ਬਜਟ 'ਚ ਆ ਕੇ ਗਾਓ, ਉਸੇ ਰਾਗ 'ਚ ਕੋਸ਼ਿਸ਼ ਕਰੋ ਗਾਉਣ ਦੀ, ਜਿਵੇਂ ਮੂਡ ਬਣਦਾ। ਹੁਣ ਤਾਂ ਪਤਾ ਨਹੀਂ ਕੀ ਹੋ ਗਿਆ ਯਾਰ, ਆਪਾਂ ਨੂੰ ਗੁਣਗੁਣਾਉਣਾ ਹੀ ਭੁੱਲ ਗਏ। ਦੇਖਿਆ ਹੀ ਨਹੀਂ ਕਿਤੇ ਕੋਈ ਗੁਣਗੁਣਾਉਂਦਾ ਤੁਰਿਆ ਜਾਂਦਾ। ਅੱਗੇ ਬਚਪਨ 'ਚ ਵੇਖਦੇ ਕਿ ਲੋਕ ਕੰਮਾਂ ਧੰਦਿਆਂ ਨੂੰ ਜਾਂਦੇ, ਨਾਲੇ ਵਿਚਾਰੇ ਕਈ ਸਿਰੀ ਪਾਲੀ ਹੁੰਦੇ, ਦੂਜੇ ਦੇ ਕੰਮ ਕਰਨ ਜਾਣਾ, ਪਰ ਉਹ ਗਾਉਂਦੇ ਜਾਂਦੇ ਕੁਛ ਨਾ ਕੁਛ। ਬਲਦਾਂ ਦੀਆਂ ਟੱਲੀਆਂ ਖੜਕਦੀਆਂ, ਕੋਈ ਹੇਕਾਂ ਲੱਗਦੀਆਂ, ਪਤਾ ਨਹੀਂ ਕਿੱਧਰ ਗਿਆ ਸਾਰਾ ਕੁਛ। ਜਿਵੇਂ ਜਿਵੇਂ ਸੁੱਖ ਆਈ ਜਾਂਦਾ ਬੰਦਾ ਚੁੱਪ ਹੀ ਹੋਈ ਜਾਂਦਾ, ਜਿਵੇਂ ਜਿਵੇਂ ਸੁੱਖ ਆਈ ਜਾਂਦਾ ਬੰਦਾ ਹੋਰ ਹੀ ਕੁਛ ਬਣਦਾ ਜਾਂਦਾ। ਗਵਾਂਢੀ ਨਹੀਂ ਗਵਾਂਢੀ ਕੋਲੇ ਜਾਂਦਾ, ਬੁਲਾਉਂਦਾ ਨਹੀਂ, ਆਪੋ ਆਪਣੀ ਦੁਨੀਆ ਹੋ ਗਈ, ਹੋਰ ਹੀ ਕੁਛ ਬਣ ਗਿਆ। ਪਰ ਆਪਾਂ ਹੋਰ ਤਾਂ ਜੀ ਤੋਂ ਮਰਜ਼ੀ ਟੁੱਟ ਜਾਈਏ, ਪਰ ਗੁਰੂ ਨਾਲੋਂ ਨਾ ਟੁੱਟ ਗਏ। ਉਹਨਾਂ ਕਾ ਚੰਗਾ ਸਮਾਂ ਵੀ ਆ ਕਿ ਟਾਈਮ ਬਹੁਤ ਬਚਣ ਲੱਗ ਗਿਆ ਆਪਣੇ ਕੋਲੇ, ਕਿਉਂਕਿ ਹੁਣ ਉਵੇਂ ਜਾਣੇ ਆਉਣੇ ਰਹੇ ਨਹੀਂ। ਘਰੇ ਗੁਰਬਾਣੀ ਲਾਇਆ ਕਰੋ। ਸਭ ਤੋਂ ਵੱਡੀ ਗੱਲ ਆ ਜਿਹੜੀ ਦਰਬਾਰ ਸਾਹਿਬ ਤੋਂ ਜਿਹੜਾ ਕੀਰਤਨ ਆਉਂਦਾ ਨਾ, ਉੱਥੇ ਕੋਸ਼ਿਸ਼ ਉਹੀ ਆ ਕਿ ਉਹੀ ਤੰਤੀ ਸਾਜ਼ ਸਤਿਗੁਰਾਂ ਵੇਲੇ ਦੇ ਰਾਗ ਉਵੇਂ ਜਿਵੇਂ ਕੋਸ਼ਿਸ਼ ਕੀਤੀ ਜਾਂਦੀ ਹੈ ਪੜ੍ਹਨ ਦੀ। ਉਹ ਬਾਣੀ ਜਦੋਂ ਘਰ 'ਚ ਚੱਲਦੀ ਹੋਵੇ ਨਾ, ਬੜੀਆਂ ਰੂਹਾਂ ਨੂੰ ਖੁਸ਼ੀ ਮਿਲਦੀ, ਆਸੇ ਪਾਸੇ ਵਾਲਿਆਂ ਨੂੰ ਬੜੀਆਂ ਪਾਵਨ ਰੂਹਾਂ ਉਹਨੂੰ ਸੁਣਨ ਆਉਂਦੀਆਂ। ਤੁਸੀਂ ਪੁੰਨ ਖੜਦੇ ਹੋ ਇਸ ਗੱਲ ਦਾ। ਆਪ ਵੀ ਸੁਣੋ,
ਤੁਹਾਡੇ ਘਰ ਦੀ ਰੌਣਕ ਦੱਸ ਦਿੰਦੀ ਹੈ ਕਿ ਇੱਥੇ ਕੋਈ ਸ਼ੁਭ ਰੂਹਾਂ ਸੁਣਦੀਆਂ, ਕੁਛ ਰੰਗ ਲੱਗ ਜਾਂਦੇ ਆ, ਰੰਗ ਰੂਹਾਂ ਲਾਉਂਦੀਆਂ। ਨਹੀਂ ਤਾਂ ਪੈਸੇ ਲਾ ਲਾ, ਜਿੰਨਾ ਮਰਜ਼ੀ ਮਹਿੰਗਾ ਪੱਥਰ ਲਾ ਲਓ, ਇੱਕ ਹੋਰ ਹੀ ਤਰ੍ਹਾਂ ਦੀ ਭਾਂ ਕਰਦੇ ਹੁੰਦੇ ਆ ਕੋਠੀਆਂ ਘਰ। ਜਿੱਥੇ ਕਿਰਪਾ ਨਹੀਂ ਹੈ, ਜਿੱਥੇ ਕੋਈ ਪਾਠ ਪੂਜਾ ਗੁਰੂ ਪੀਰ ਦੀ ਗੱਲ ਨਹੀਂ ਨਾ ਹੁੰਦੀ, ਖਾਲੀ ਪਏ ਹੁੰਦੇ ਆ ਮਨਾਰੇ। ਲਾਇਆ ਕਰੋ ਬਾਣੀ, ਸੁਣਿਆ ਕਰੋ। ਜੇ ਟਾਈਮ ਹੈ ਚੌਂਕੜਾ ਲਾਓ, ਬੈਠੋ, ਆਉਂਦੇ ਜਾਂਦੇ ਸਵਾਸਾਂ 'ਤੇ ਧਿਆਨ ਧਰ ਕੇ ਕੰਨਾਂ ਰਾਹੀਂ ਬਾਣੀ ਸੁਣੋ। ਕਦੇ ਬਣ ਜੂ ਉਹੋ ਜਿਹਾ ਵੱਜਦਾ, ਕਦੇ ਇੱਕ ਵਾਰੀ ਝਲਕਾਰਾ ਵੱਜ ਗਿਆ ਨਾ, ਫਿਰ ਸਾਰੀ ਜ਼ਿੰਦਗੀ ਲੋੜ ਨਹੀਂ ਪੈਣੀ, ਫਿਰ ਨਹੀਂ ਖੜਾ ਛੱਡ ਸਕਦੇ। ਬਸ ਉਹਨਾਂ ਚਿਰ ਹੀ ਹੈ ਜਿੰਨਾ ਚਿਰ ਪਹਿਲੀ ਮੁਲਾਕਾਤ ਨਹੀਂ ਹੁੰਦੀ। ਜਿੱਦੇ ਪਹਿਲੀ ਮੁਲਾਕਾਤ ਹੋ ਗਈ, ਉਸ ਤੋਂ ਬਾਅਦ ਤੁਸੀਂ ਉਹਦੇ ਹੋ ਜਾਣਾ। ਅਤੇ ਸਾਰੇ ਸਾਧੂਆਂ ਦਾ, ਸੰਤਾਂ ਦਾ, ਗੁਰੂਆਂ ਦਾ ਇਹੀ ਜ਼ੋਰ ਹੁੰਦਾ ਕਿ ਇਹਨਾਂ ਨੂੰ ਬਹਾਈਏ ਉਸ ਤਰ੍ਹਾਂ, ਇੱਕ ਵਾਰੀ ਇਹਨਾਂ ਦੀ ਮੁਲਾਕਾਤ ਹੋ ਜੇ, ਫਿਰ ਇਹਨਾਂ ਨੇ ਛੱਡ ਹੀ ਨਹੀਂ ਸਕਣਾ, ਗੱਲ ਹੀ ਖਤਮ ਹੈ। ਇਹ ਚੀਜ਼ ਹੋਵੇ, ਅਸੀਂ ਬੈਠੀਏ, ਸੁਣਿਆ ਕਰੀਏ। ਮਹਾਰਾਜ ਬਹੁਤ ਰਹਿਮਤ ਕਰਦੇ ਆ, ਕਿਰਪਾ ਕਰ ਰਹੇ ਆਪਣੇ 'ਤੇ। ਆਉਂਦੇ ਜਾਂਦੇ ਸਵਾਸਾਂ ਦਾ ਧਿਆਨ ਰੱਖਣਾ। ਇਹ ਪਵਨ ਗੁਰੂ ਆ। ਇਹ ਗੱਲ ਨੂੰ ਇਕੱਲਾ ਜਿਵੇਂ ਛੱਡਿਆ ਜਾਂਦਾ ਨਾ, ਆਹ ਪਾਉਣਾ ਜੀ, ਬਾਬਾ ਜੀ ਨੇ ਕਿਹਾ ਹਵਾ ਜਿਹੜੀ ਇਹ ਸਾਫ਼ ਹੋਣੀ ਚਾਹੀਦੀ ਆ, ਇਹ ਦੇਖੋ ਪ੍ਰਕਿਰਤੀ ਦੀ ਗੱਲ ਆ। ਹਾਂ, ਉਹ ਹੈਗੀ, ਅਧੂਰਾ ਸੱਚ ਹੈ ਇਹ। ਇੱਥੇ ਕਿਹਾ ਜਾ ਸਕਦਾ ਸੀ ਕਿ ਪੌਣ ਪਾਣੀ ਸਾਫ਼ ਸੁਥਰਾ ਚਾਹੀਦਾ, ਪੰਗਤੀ ਰਚਨੀ ਸੀ, ਐਂ ਰਚ ਦਿੰਦੇ। ਗੁਰੂ ਨਹੀਂ ਸੀ ਕਹਿੰਦੇ। ਗੁਰੂ ਦਾ ਦਰਜਾ ਦੇਣਾ ਐਵੇਂ ਨਹੀਂ ਹੈ, ਇਹਦੇ ਪਿੱਛੇ ਬਹੁਤ ਵੱਡਾ ਸਿਸਟਮ ਖੜਾ। ਜਿੱਦੇ ਜੁੜੋਗੇ ਨਾ, ਉਦੋਂ ਪਤਾ ਲੱਗੂ ਸਾਰੀਆਂ ਡੋਰੀਆਂ ਇਹ ਘੁਮਾਉਂਦਾ। ਪਵਨ ਗੁਰੂ ਪੂਰੇ ਵਰਲਡ ਦਾ ਗੁਰੂ ਇਹ ਆ। ਧਰਮ ਤੁਸੀਂ ਕੋਈ ਚੁਣ ਲਓ, ਇਹ ਤੋਂ ਬਿਨਾਂ ਪਾਰ ਉਤਾਰਾ ਨਹੀਂ ਹੁੰਦਾ। ਇਹਨੇ ਸ਼ਾਂਤ ਹੋਣਾ ਤਾਂ ਸ਼ਾਂਤੀ ਆਉਣੀ ਹੈ, ਇਹਨੇ ਰਾਹ ਦੇਣਾ ਤਾਂ ਸੁੱਖ ਆਉਣਾ, ਆਨੰਦ ਆਉਣਾ ਹੈ। ਜੇ ਇਹ ਨਾ ਸਿੱਧ ਹੋਇਆ, ਗੱਲ ਨਹੀਂ ਬਣਨੀ। ਇਹਦੀ ਸਿੱਧੀ ਨਾਲ ਹੀ ਸਾਰੀਆਂ ਸਿੱਧੀਆਂ। ਧਰਮ ਤੁਹਾਡਾ ਭਾਵੇਂ ਕੋਈ ਆ। ਪੁਰਾਣੇ ਰਿਸ਼ੀਆਂ ਮੁਨੀਆਂ ਨੇ ਜਿਹੜੇ ਕਾਰਜ ਕੀਤੇ ਸੀ ਨਾ, ਉਹ ਮਨੁੱਖਤਾ ਲਈ ਕੀਤੇ ਸੀ। ਠੀਕ ਹੈ, ਜੇ ਕਿਸੇ ਨੇ ਘੇਰਾ ਪਾਲਿਆ ਗੁਣਾਂ ਨੂੰ, ਉਹਨਾਂ ਨੂੰ, ਉਹ ਫਿਰ ਆਪਾਂ ਕੀ ਕਰ ਸਕਦੇ ਹਾਂ? ਕੋਈ ਵੀ। ਕਿ ਆਪਦਾ ਸਵਾਸ ਨਾਭੀ ਤੀਕਰ ਜਾਵੇ, ਕੰਨਾਂ ਤੋਂ ਸਰੋਤ ਵੱਡੀ ਰੱਖੇ ਬੰਦਾ, ਜੋ ਹੋ ਰਿਹਾ ਸੁਣੇ, ਅਤੇ ਉਹਦੇ ਵਿੱਚੋਂ ਹੀ ਇੱਕ ਕਿੰਕਰੀ ਹੌਲੀ 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 ਕੰਮ ਕਰਨਾ ਸ਼ੁਰੂ ਕਰ ਦਿੰਦੀ ਹੈ। ਫਿਰ ਜਿੱਦੇ ਉਹ ਸੁਣਨ ਲੱਗ ਜਾਂਦੀ ਹੈ ਨਾ, ਉਹਦੇ ਫਿਰ ਬਸ ਬਾਹਰਲੇ ਗੀਤ ਸੰਗੀਤ ਬੰਦ। ਉਸ ਤੋਂ ਬਾਅਦ ਫਿਰ ਉਹਨੂੰ ਸੁਣਨ 'ਤੇ ਮਨ ਕਰਦਾ ਕਿ ਸ਼ਾਂਤੀ ਹੋਵੇ, ਕੁਛ ਨਾ ਚੱਲਦਾ ਹੋਵੇ। ਫਿਰ ਤਾਂ ਯਕੀਨ ਜਾਣਿਓ, ਘੜੀ ਦੀ ਟਿਕ ਟਿਕ ਵੀ ਨਾ ਐਂ ਲੱਗਦੀ ਹੈ ਵੀ ਇਹਨੂੰ ਕਿਤੇ ਬੰਦ ਕਰੀਏ, ਪਾਸੇ ਰੱਖਿਆਈਏ ਦੂਸਰੇ ਰੂਮ 'ਚ। ਫਿਰ ਤਾਂ ਇਕੱਲੀ ਉਹਦੀ ਜਿਹੜੀ ਸ਼ੈ ਤੋਂ ਬਾਅਦ ਇੱਕ ਮਿੱਠੀ ਮਿੱਠੀ ਬੰਸਰੀ ਵੱਜਦੀ ਹੈ, ਰਾਮ ਬੀਣ ਵਾਜੈ, ਉਹ ਜਿਹੜੀ ਭਗਤ ਨਾਮਦੇਵ ਨੇ ਕਿਹਾ। ਫਿਰ ਉਹ ਗੱਲਾਂ ਹੀ ਹੋਰ ਆ। ਇਹਦਾ ਅਸੀਂ ਰੰਗ ਮਾਣੀਏ, ਇਹ ਤੋਂ ਲਾਹਾ ਲਈਏ। ਗੁਰੂ ਨੇ ਬਾਣੀ ਦੇ ਵਿੱਚ ਆਪਾਂ ਨੂੰ ਬਹੁਤ ਕੁਛ ਦਿੱਤਾ, ਬਹੁਤ ਕੁਛ। ਇੱਕ ਗੱਲ ਦਿਮਾਗ 'ਚ ਰੱਖਿਓ, ਬਾਣੀ ਪਹਿਲੀ ਦੇ ਸਟੂਡੈਂਟ ਤੋਂ ਲੈ ਕੇ ਦਰਸ਼ਨ ਸ਼ਾਸਤਰ ਦੇ ਸਟੂਡੈਂਟਾਂ ਤੱਕ ਦੀ ਹੈ। ਇੱਕ ਦੂਜੇ ਦਾ ਸ਼ਬਦ ਚੱਕ ਕੇ ਤੰਗ ਨਾ ਹੋਇਆ ਕਰੋ। ਹੁਣ ਸਾਡੇ ਨਾਲ ਇੱਥੇ ਬਾਹ ਪੈਂਦੇ ਆ ਕੇ ਪੰਗਤੀਆਂ ਇਕੱਲੀਆਂ ਯਾਦ ਕਰੀ ਫਿਰਦੇ ਹੁੰਦੇ ਆ। ਆਹ ਫਿਰ ਕਿਉਂ ਲਿਖਿਆ, ਆਹ ਐਂ ਲਿਖਿਆ। ਹਰ ਚੀਜ਼ ਕਿਸੇ ਸਿਚੁਏਸ਼ਨ ਵਾਸਤੇ ਲਿਖੀ ਹੁੰਦੀ ਹੈ, ਤੁਹਾਡੇ ਨਹੀਂ ਕੰਮ ਦੀ ਹੈਗੀ। ਹਲੇ ਤੁਹਾਡੇ ਕੰਮ ਦੀ ਪਹਿਲੀ ਵਾਲੀ ਗੱਲ ਦੀ ਆ ਕਿ ਚੌਂਕੜਾ ਲਾਓ, ਬੈਠੋ, ਬਾਣੀ ਸੁਣੋ, ਬਾਣੀ ਪੜ੍ਹੋ, ਜਾਪ ਕਰੋ। ਇਹ ਜਦੋਂ ਤੁਸੀਂ ਸਟੇਜਾਂ ਟੱਪੋਗੇ, ਉਦੋਂ ਬਾਅਦ ਸ਼ੁਰੂ ਹੋਣੀ ਆ ਦੂਸਰੀ, ਕਿ ਜੋ ਪੜ੍ਹਿਆ, ਜੋ ਸੁਣਿਆ, ਉਹਦਾ ਸਿਮਰਨ ਚਿੱਤ 'ਚ ਚੱਲਦਾ ਰਹੇ, ਉਹਦਾ ਅੰਦਰੇ ਅੰਦਰ ਅਧਿਐਨ ਹੁੰਦਾ ਰਹੇ ਸਾਰਾ ਦਿਨ। ਫਿਰ ਇਹ ਕੀ ਹੋਇਆ, ਉਹ ਕੀ ਹੋਇਆ, ਗੁਰੂ ਸਾਹਿਬ ਨੇ ਇਹ ਕੀ ਕਿਹਾ, ਐਂ ਕਿ ਉਹ ਸਾਰੇ ਸਵਾਲ ਜਵਾਬ ਚੱਲਦੇ ਰਹਿਣ। ਗੁਰੂ ਕੰਨੀਓ ਸੁਰਤ, ਇਹ ਸਿਮਰਨ ਹੈ, ਚਿੱਤ 'ਚ ਚੱਲਦੀਆਂ ਗੱਲਾਂ। ਜਦੋਂ ਦੋਨੋਂ ਸਟੇਜਾਂ, ਜਾਪ ਤੋਂ ਬਾਅਦ, ਪਾਠ ਤੋਂ ਬਾਅਦ ਸਿਮਰਨ ਚੱਲਣ ਲੱਗ ਜਾਂਦਾ ਨਾ, ਫਿਰ ਹੌਲੀ ਹੌਲੀ ਧਿਆਨ ਦੀਆਂ ਝਲਕਾਂ ਆਉਣੀਆਂ ਸ਼ੁਰੂ ਹੁੰਦੀਆਂ। ਫਿਰ ਹਰ ਇੱਕ ਦਾ, ਜਿਹੜੇ ਬੰਦੇ ਇਸ ਰਾਹ ਹੈਗੇ, ਬੈਠਣ ਨੂੰ ਜੀ ਕਰਦਾ, ਕਿਤੇ ਨਾ ਕਿਤੇ, ਕਿਤੇ ਢੋਲ ਲਾ ਕੇ ਖੜਨ ਨੂੰ ਜੀ ਕਰਦਾ, ਕਦੇ ਹਰਿਆਲੀ ਵੇਖਣ ਨੂੰ ਦਿਲ ਕਰਦਾ, ਕਦੇ ਕਿਸੇ ਬਖਸ਼ੇ ਹੋਏ ਕੋਲੇ ਜਾਣ ਨੂੰ ਜੀ ਕਰਦਾ। ਕਦੇ ਕਦੇ ਲੱਗਦਾ ਸਭ ਕੁਛ ਕੋਲੇ ਆ, ਪਰ ਇੱਥੇ ਜੀ ਨਹੀਂ ਲੱਗਦਾ, ਕਿਤੇ ਹੋਰ ਜਾਈਏ।
ਉਹ ਡੋਰੀਆਂ ਸਿੱਟ ਰਹੇ ਹੁੰਦੇ ਆ ਜਿਹੜੇ ਜਾਗੇ ਵੇ ਆ, ਉਹਨਾਂ ਦੇ ਤੀਰ ਵੱਜ ਰਹੇ ਹੁੰਦੇ ਆ। ਫਿਰ ਅਸੀਂ ਉੱਧਰ ਨੂੰ ਤੁਰਦੇ ਆ, ਕਿਸੇ ਨਾਲ ਸੰਗ ਕਰਕੇ ਚਲੇ ਗਏ, ਕਿਸੇ ਨਾਲ ਐਵੇਂ ਆ ਗਏ, ਕਿਤੇ ਸਹਿ ਸਵਾਈ ਆ ਗਏ। ਫਿਰ ਮੇਲ ਮਿਲਾਪ ਹੁੰਦਾ, ਫਿਰ ਲੱਗਦਾ ਵੀ ਕੁਝ ਦਿੱਤਾ ਲਿਆ ਵੀ ਨਹੀਂ, ਬਸ ਬੈਠੇ ਹੀ ਸੀ ਜਾ ਕੇ। ਪਤਾ ਹੀ ਨਹੀਂ ਲੱਗਿਆ 2 ਘੰਟੇ ਕਦੋਂ ਲੰਘ ਗਏ, 3 ਕਦੋਂ ਲੰਘ ਗਏ। ਬੜਾ ਜੀਅ ਲੱਗਿਆ। ਫਿਰ ਚਿੱਤ ਅੰਦਰੋਂ ਕਹਿੰਦਾ ਵੀ ਤੈਨੂੰ ਕੁਛ ਮਿਲਿਆ, ਬਦਲਾਅ ਆਇਆ। ਇਹ ਚੀਜ਼ਾਂ ਨਾ ਅਸੀਂ ਵਾਪਰਦੀਆਂ ਤੁਰੀਆਂ ਜਾਂਦੀਆਂ। ਆਪਾਂ ਇਹਨਾਂ ਤੋਂ ਸਿੱਖਦੇ ਰਹੀਏ। ਧੰਨਵਾਦ ਦੇਸਾਂ ਕਟਾਨਕੋਟ, ਧੰਨਵਾਦ ਆ ਉਹਨਾਂ ਦਾ ਜਿਨ੍ਹਾਂ ਨੇ ਬੜੀ ਰਹਿਮਤ ਕਰਕੇ ਇਹ ਬਖਸ਼ਿਸ਼ਾਂ ਕੀਤੀਆਂ। ਕੋਸ਼ਿਸ਼ ਕਰ ਰਹੇ ਹਾਂ ਆਪਣੇ ਵੱਲੋਂ, ਕੋਈ ਕਾਹਲ ਨਹੀਂ, ਕਿਉਂਕਿ ਇਹ ਵਰਤਾਰਾ ਉਹਨਾਂ ਦੇ ਹੁਕਮ ਨਾਲ ਵਰਤਣਾ। ਜਿਹਦੇ ਕੋਲੇ ਜਦੋਂ ਗੱਲ ਪਹੁੰਚਣੀ ਆਉਂਦੀ ਪਹੁੰਚਣੀ ਹੈ। ਆਪਾਂ ਆਪਣੇ ਵੱਲੋਂ ਜੋ ਕਰ ਸਕਦੇ ਹਾਂ ਕਰ ਰਹੇ ਹਾਂ। ਅੱਜ ਅਖੰਡ ਪਾਠ ਸਾਹਿਬ ਪ੍ਰਕਾਸ਼ ਹੋ ਚੁੱਕੇ ਆ, ਪਰਸੋਂ ਭੋਗ ਪਾਏ ਜਾਣਗੇ। ਇਸ ਬਰਾਗਣ ਰੂਹ ਗੁਰੂ ਸਾਹਿਬ ਨਾਲ ਜੁੜੀ ਹੋਈ ਪ੍ਰੇਮਾ ਭਗਤੀ ਦੀ ਮੂਰਤ ਮਾਈ ਦੇਸਾਂ ਦੀ ਵਰਸੀ ਆ ਸਾਲਾਨਾ। ਤੇ ਇਸ ਵਰਸੀ ਤੇ ਆਉਂਦੀਆਂ ਸੰਗਤਾਂ ਜਿਹੜੇ ਪਿਆਰ ਵਾਲੇ ਆ, ਅੱਜ ਵੀ ਸਾਰਾ ਦਿਨ ਆਈ ਗਏ ਆ। ਕੱਲ੍ਹ ਨੂੰ ਵੀ ਬਹੁਤ ਸੰਗਤ ਨੇ ਆ ਕੇ ਮੁੜਨਾ, ਪਰਸੋਂ ਵੀ ਆਉਣਾ। ਜਦੋਂ ਜਿਹਦੇ ਕੋਲ ਟਾਈਮ ਹੈਗਾ ਆਪਣੀ ਹਾਜ਼ਰੀ ਲਾ ਕੇ ਜਾਓ, ਸ਼ੁਕਰਾਨਾ ਕਰਕੇ ਜਾਓ। ਜੋ ਭੰਡਾਰੇ ਦੇ ਵਿੱਚ ਦਸਵੰਧ ਪਾਉਣਾ ਉਹ ਪਾ ਕੇ ਜਾਓ। ਇਹ ਜ਼ਰੂਰੀ ਹੁੰਦਾ। ਇਹ ਸਾਲਾਨਾ ਸਮਾਗਮ ਆ। ਮਹਾਰਾਜ ਕਿਰਪਾ ਕਰਨ, ਰਹਿਮਤ ਕਰਨ ਤੁਹਾਡੇ ਸਾਰਿਆਂ ਦੇ ਪਰਿਵਾਰਾਂ 'ਤੇ, ਆਰ ਪਰਿਵਾਰ 'ਤੇ। ਕੋਸ਼ਿਸ਼ ਕਰਿਆ ਕਰੋ ਬਾਣੀ ਪੜ੍ਹ ਕੇ ਜਲ ਕੋਲ ਰੱਖਿਆ ਕਰੋ। ਸਾਰੇ ਉਹ ਜਲ ਛਕੋ। ਉਹ ਜਲ ਅੰਦਰ ਜਾ ਕੇ ਬਹੁਤ ਕੰਮ ਕਰਦਾ। ਆਪਣੇ ਘਰ ਦੇ ਵਿੱਚ ਧੂਪ ਛਿੱਟਾ ਜ਼ਰੂਰ ਕਰੋ। ਸੁਗੰਧੀ ਵਾਲੀਆਂ ਚੀਜ਼ਾਂ ਦਾ ਕਰੋ। ਜਿੰਨੀ ਸੁਗੰਧੀ ਘਰ 'ਚ ਰਹੂਗੀ ਓਨੀਆਂ ਚੜ੍ਹਦੀਆਂ ਕਲਾ ਹੋਣੀਆਂ, ਕਿਉਂਕਿ ਸਫਾਈ ਹੀ ਖੁਦਾਈ ਆ। ਇਹ ਚੀਜ਼ਾਂ ਐਵੇਂ ਨਹੀਂ ਸੀ ਬਣੀਆਂ। ਸਾਡੇ ਤਾਂ ਇੱਕ ਕੰਮ ਚੱਲ ਪਿਆ, ਬਸ ਲਾਹ ਵੱਢਿਓ। ਅਸੀਂ ਤਾਂ ਜੀ ਵਹਿਮ ਭਰਮ ਨਹੀਂ ਕਰਦੇ, ਅਸੀਂ ਤਾਂ ਜੀ ਵਹਿਮ ਭਰਮ ਨਹੀਂ ਕਰਦੇ। ਉਹ ਭਰਮ ਕਾਹਦੇ ਆ? ਇਹ ਕੋਈ ਵਹਿਮ ਨਹੀਂ, ਕੋਈ ਭਰਮ ਨਹੀਂ, ਸੱਚ ਹੈ ਇਹ। ਸੁਗੰਧ ਤਾਂ ਸੁਗੰਧ ਹੈ, ਆਪਣੇ ਕਿਹੜਾ ਦਿਮਾਗ ਨੂੰ ਚੰਗੀ ਨਹੀਂ ਲੱਗਦੀ। ਸੋਹਣੀ ਸੁਗੰਧ ਨਾਲ, ਗੁਲਾਬ ਦੇ ਫੁੱਲ ਨੂੰ ਸੁੰਘਣ ਨਾਲ ਹੀ ਦਿਮਾਗ ਦੀਆਂ ਪੰਖੜੀਆਂ ਖਿੜ ਜਾਂਦੀਆਂ। ਇਹ ਤਾਕਤ ਹੈ ਇਹਨਾਂ ਚੀਜ਼ਾਂ 'ਚ, ਸਾਨੂੰ ਤੰਦਰੁਸਤੀ ਦਿੰਦੀਆਂ, ਸਾਡੇ ਘਰੋਂ ਨੈਗੇਟਿਵ ਊਰਜਾ ਨੂੰ ਕੱਢਦੀਆਂ, ਗੰਦੇ ਮੁਸਕ ਨੂੰ ਸਾਡੇ ਤੋਂ ਦੂਰ ਕਰਦੀਆਂ। ਇਹ ਸਾਰਾ ਕੁਛ ਬਹੁਤ ਜ਼ਿਆਦਾ ਟੂਲ ਆ ਅਧਿਆਤਮਿਕ ਦੇ, ਛੋਟੇ ਛੋਟੇ ਇਹਨਾਂ ਦਾ ਜਿੱਥੇ ਜਿੱਥੇ ਕੰਮ ਹੈ ਕੰਮ ਕਰਦੇ ਆ। ਜਿੰਨੇ ਤਕੜੇ ਸਾਫ ਸੁਥਰੀ ਰੂਹ ਨੂੰ ਅਸੀਂ ਸੱਦਣਾ ਹੋਵੇ ਓਨੀ ਸਫਾਈ ਕਰਨੀ ਪੈਂਦੀ ਹੈ। ਜਿਹੜੇ ਕਹਿੰਦੇ ਅਸੀਂ ਇਹ ਨਹੀਂ ਕਰਦੇ, ਇਹ ਨਹੀਂ ਮੰਨਦੇ, ਤੇ ਜਿੱਦੇ ਕਿਸੇ MLA ਨੇ ਘਰੇ ਆਉਣਾ ਹੁੰਦਾ ਉੱਦੇ ਕਿਉਂ ਫਿਰ ਚਾਦਰਾਂ ਬਦਲੀ ਜਾਂਦੇ ਹੁੰਦੇ ਹੋ ਪਲੰਘਾਂ ਦੀਆਂ। ਉਹਦੇ ਗੁਆਂਢੀਆਂ ਦੇ ਮੇਜ਼ ਵੀ ਸਾਫ਼ ਕਰ ਦਿੰਦੇ ਹੋ ਵੀ ਕਿਤੇ ਲੈਣ ਨਾ ਆ ਜਾਈਏ, ਲੋੜ ਨਾ ਪੈ ਜੇ ਜੀ, ਕੁਰਸੀਆਂ ਸਾਫ਼ ਕਰ ਦਿੰਦੇ ਆ ਤੁਹਾਡੀਆਂ, ਅਸੀਂ ਚੱਕਣ ਆਵਾਂਗੇ ਜੇ ਬੰਦੇ ਵੱਧ ਗਏ। ਉਹਦੇ ਗੁਆਂਢੀਆਂ ਦੇ ਘਰੇ ਵੀ ਸਾਫ਼ ਸਫਾਈ ਚੱਲ ਪੈਂਦੀ ਹੈ। ਅਤੇ ਇਹ ਤਾਂ ਫਿਰ ਜਿੱਦੇ ਬਾਜਾਂ ਮਾਰਦੇ ਹੋ ਉਹ ਕਰਤੇ ਦੇ ਕਿਸੇ ਰੂਪ ਨੂੰ, ਰੱਬੀ ਰੂਹਾਂ ਨੂੰ, ਸਿੰਘਾਂ ਸ਼ਹੀਦਾਂ ਨੂੰ, ਯਾਰ ਸਫਾਈ ਤਾਂ ਰੱਖਣੀ ਪੈਣੀ ਹੈ ਘਰ। ਇਹ ਰੱਖਣਾ ਪੈਣਾ, ਇਹ ਕਾਨੂੰਨ ਹੈ। ਫੇਰ ਹੀ ਸਭ ਨੇ ਆਉਣਾ, ਫੇਰ ਹੀ ਖੁਸ਼ੀਆਂ ਆਉਣੀਆਂ, ਫੇਰ ਹੀ ਖੇੜੇ ਆਉਣੇ ਆ, ਫੇਰ ਹੀ ਨੂਰ ਆਉਣਾ। ਇਹ ਸਾਰਾ ਕੁਛ ਪਰਮ ਪਿਤਾ ਪਰਮਾਤਮਾ ਨੇ ਬਖਸ਼ਿਸ਼ ਕੀਤਾ। ਸਾਰੀ ਪ੍ਰਕਿਰਤੀ ਉਹਦੀ ਆ। ਕਰਤਾ ਪੁਰਖ ਗੁਰੂ ਨਾਨਕ ਸਾਹਿਬ ਕਹਿੰਦੇ ਇੱਕ ਹੈ, ਇੱਕ ਓਅੰਕਾਰ ਸਤਿਨਾਮ, ਉਹੀ ਸੱਚਾ ਨਾਮ ਆ ਉਹਦਾ। ਉਹ ਸਰਬ ਵਿਆਪਕ ਆ, ਆਦਿ ਤੋਂ ਸੱਚ ਹੈ। ਜਦੋਂ ਨੇੜੇ ਜਾਓਗੇ ਉਹਦੀ ਪਰਮ ਸੱਤਾ ਦੇ, ਉਹਦਾ ਇੱਕ ਨੈਗੇਟਿਵ ਦਾ ਧਾਰਾ ਵਹਿੰਦੀ ਹੈ, ਇੱਕ ਪੋਜ਼ੀਟਿਵ ਧਾਰਾ ਵਹਿੰਦੀ ਹੈ। ਨੈਗੇਟਿਵ ਧਾਰਾ ਨੂੰ ਜੋ ਚੰਦਰਮਾ ਧਾਰਾ ਮੰਨੀ ਹੈ ਉਹਨੂੰ ਮਾਤਰ ਸੱਤਾ ਮੰਨਿਆ, ਮਾਂ ਮੰਨਿਆ। ਜਿੱਧਰ ਪੋਜ਼ੀਟਿਵ ਧਾਰਾ ਵਹਿੰਦੀ ਆ, ਜਿੱਧਰ ਪਲੱਸ ਹੈ ਉਹਨੂੰ ਪੋਜ਼ੀਟਿਵ ਧਾਰਾ, ਸੂਰਜ ਧਾਰਾ ਮੰਨਿਆ, ਗਰਮ ਧਾਰਾ ਮੰਨਿਆ। ਉਹ ਠੰਡੀ, ਉਹ ਗਰਮ। ਇਹਦੇ ਵਿੱਚ 3 ਤਾਕਤਾਂ ਇਲੈਕਟ੍ਰੋਨ, ਨਿਊਟਰੋਨ, ਪੋਜ਼ਿਟਰੋਨ ਪੈਦਾ ਹੁੰਦੀਆਂ, ਜਿਹਨੂੰ ਬ੍ਰਹਮਾ ਵਿਸ਼ਨ ਮਹੇਸ਼ ਕਿਹਾ। ਇਹ ਤੋਂ ਅੱਗੇ ਹੀ ਫਿਰ ਜਿੰਨੀਆਂ ਸ਼ਕਤੀਆਂ ਦੀ ਪਹਿਚਾਣ ਹੁੰਦੀ ਗਈ, ਰਿਸ਼ੀਆਂ ਮੁਨੀਆਂ ਨੇ, ਬੜੇ ਬੜੇ ਤੰਤਰਕਾਂ ਨੇ ਉਹ ਦੇਵੀਆਂ ਦੇ ਰੂਪ ਤਿਆਰ ਕੀਤੇ, ਜਿਹਨੂੰ ਜਿਵੇਂ ਦਰਸ਼ਨ ਹੋਏ ਆਦਿ ਸ਼ਕਤੀ ਦੇ, ਹੋਰਾਂ ਦੇ। ਉਹ ਸਾਰਾ ਕੁਛ ਇੱਥੇ ਹੀ ਬਣਿਆ, ਸੰਸਾਰ ਦੇ ਵਿੱਚ ਹੀ। ਉਹ ਕਰਤੇ ਪੁਰਖ ਤੋਂ ਬਿਨਾਂ ਇੱਥੇ ਕੁਛ ਵੀ ਨਹੀਂ ਹੈ, ਕੁਛ ਵੀ ਨਹੀਂ। ਸਾਰਾ ਕਣ ਕਣ ਉਹਦਾ ਆਪਣਾ ਹੈ, ਅਤੇ ਉਹਦੇ ਆਪਣੇ ਕਣ ਕਣ ਦਾ ਸਤਿਕਾਰ ਪਿਆਰ ਕਰੋ।
ਸੌਖੇ ਰਹੋਗੇ। ਬਿਨਾਂ ਮਤਲਬ ਤੋਂ ਗਲਤ ਬੋਲ ਬੋਲ ਘਰੇ ਬਖੇੜੇ ਖੜੇ ਨਾ ਕਰੋ, ਨਰਕ ਬਣ ਜਾਂਦੀ ਹੈ ਜ਼ਿੰਦਗੀ। ਪਰ ਕਾ ਬੁਰਾ ਨਾ ਰਾਖੋ ਚੀਤ, ਤੁਮ ਕੋ ਦੁੱਖ ਨਹੀਂ ਪਾਈ ਮੀਤ। ਬਾਣੀ ਦਾ ਫੈਸਲਾ। ਜਦੋਂ ਹੀ ਕਿਸੇ ਹਸਤੀ ਨੂੰ ਗਲਤ ਬੋਲਾਂਗੇ ਤੇ ਦੁੱਖ ਆਉਣਗੇ। ਅਸੀਂ ਦੇਖਿਆ ਲੋਕ ਚੀਕਾਂ ਮਾਰਦੇ ਜਿਹੜੇ ਇੱਥੇ ਆਉਂਦੇ ਆ ਕਿ ਸਾਰੇ ਹਸਪੀਟਲਾਂ 'ਚ ਜਾਏ ਜੀ, ਕੋਈ ਡਾਕਟਰ ਨਹੀਂ ਛੱਡਿਆ। ਫਿਰ ਜਦੋਂ ਫਰੋਲਾ ਫਰਾਲੀ ਕਰੀ ਦੀ ਆ, ਹੌਲੀ 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 ਇਹ ਨਿਕਲਦਾ ਕਿ ਪੰਗਾ ਹੀ ਲਿਆ ਸੀ ਕਿਤੇ। ਵਧੀਆ ਬਸਦੇ ਹੱਸਦੇ ਪਰਿਵਾਰ ਸੀ ਕਿ ਆਹ ਕੀ ਕਰ ਲੂ ਮੇਰਾ, ਉਹ ਕੀ ਕਰ ਲੂ ਮੇਰਾ, ਥਾਪੀਆਂ ਮਾਰਦੇ ਰਹਿੰਦੇ ਸੀ। ਫਿਰ ਜਿੱਦੇ ਹੋ ਜਾਂਦਾ ਫਿਰ ਉਂਗਲਾਂ ਲਾਉਣ ਵਾਲੇ ਇੱਥੇ ਹੁੰਦੇ ਹੀ ਨਹੀਂ, ਜਿਹੜੇ ਚੱਕ ਚੱਕ ਗੱਲਾਂ ਕਰਦੇ ਹੁੰਦੇ ਆ। ਘਰ ਬਰਬਾਦ ਆਪਦੇ ਹੁੰਦੇ ਆ। ਗੁਰੂ ਕਿਰਪਾ ਕਰੇ, ਗੁਰਬਾਣੀ ਨੂੰ ਸੁਣੀ ਚੱਲੋ, ਸੁਣੀ ਚੱਲੋ, ਹਿਰਦਾ ਨਰਮ ਹੋਊ। ਜਿਵੇਂ ਜਿਵੇਂ ਹਿਰਦਾ ਤੁਹਾਡਾ ਸਮਝ ਆਉਣੀ ਸ਼ੁਰੂ ਹੋਊ, ਚੜ੍ਹਦੀ ਕਲਾ ਹੋ ਜਾਣੀ ਹੈ, ਰਹਿਮਤ ਹੋ ਜਾਣੀ ਹੈ। ਧੰਨ ਧੰਨ ਸਾਹਿਬੇ ਕਮਾਲ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਪਾਤਸ਼ਾਹ ਸਿਰ 'ਤੇ ਹੱਥ ਰੱਖਣ, ਅੰਗ ਸੰਗ ਸਹਾਈ ਰਹਿਣ ਸਭ ਦੇ। ਮਾਤਾ ਸਾਹਿਬ ਕੌਰ ਕਿਰਪਾ ਰੱਖਣ ਸਾਰਿਆਂ 'ਤੇ। ਧੰਨ ਮਾਂ ਦੇਸਾਂ, ਰਹਿਮਤ ਕਰਿਓ। ਜਿੱਥੇ ਵੀ ਬੈਠਾ ਕੋਈ ਇਹ ਸੁਣ ਰਿਹਾ, ਜਿੱਥੇ ਵੀ ਇੱਕ ਬੈਠਾ ਮੰਨਣ ਕਰ ਰਿਹਾ, ਉਹਨੂੰ ਰਸਤਾ ਬਖਸ਼ਿਓ, ਗੁਰੂ ਨਾਲ ਮਿਲਾਪ ਬਖਸ਼ਿਓ, ਪਰਮ ਸੱਤਾ ਨਾਲ ਮਿਲਾਪ ਬਖਸ਼ਿਓ। ਕਿਰਪਾ ਕਰਿਓ ਸਭ 'ਤੇ, ਕਿਰਪਾ ਕਰਿਓ। ਇਹ ਬਾਣੀ ਆਪ ਸੁਣੋ, ਆਪਣੇ ਭੈਣ ਭਰਾਵਾਂ ਨੂੰ, ਦੋਸਤਾਂ ਨੂੰ ਸੁਣਾਓ। ਇਹ ਵੀ ਇੱਕ ਬਹੁਤ ਵੱਡਾ ਪੁੰਨ ਹੈ। ਇਹ ਪੁੰਨ ਦੇ ਵਿੱਚ ਆਪਾਂ ਭਾਗੀਦਾਰ ਬਣੀਏ। ਗੱਜ ਕੇ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।